कि इन्ने चाਅ नाल असीं विआह करदे हां, इन्ने खर्चे करदे हां, सब कुछ करदे हां, पर थोड़े टाइम बाद ही असीं दूसरे दे परिवार नूं, अपने स्पाउस दे परिवार नूं पुट्ठा सिद्धा कहने आ, गलत कहने आ, ਉਹਦੇ ਉੱਤੇ लड़ाई करदे आ, माँ प्यो दी इज्जत मान नहीं है। हर मुंडा आलिया भट्ट ते दीपिका पाडुकोन मंगदा है, ते हर कुड़ी शाहरुख खान ते रणवीर सिंह मंगदे। Is that the approach to a Sikh's way of life? वाहिगुरू जी की फतेह। परम सम्मानयोग साध संगत जी, जो कि इस जूम मीटिंग रोपड़ टू सो ਵੱਲੋਂ जो ऑर्गेनाइज की जाती है, ਤੇ ਇਹਦੇ ਵਿੱਚ जो ਅੱਜ ਦਾ टॉपिक है, तन फिर ਇਹ ना आखियन बहन इकट्ठे होए एक जोध मूर्ति तन फिर कईए सोए दे विच। मैं आप सब जी नूं जी आया आखदा हां। ਅੱਜ ਅਸੀਂ ਗੁਰਮਤਿ ਦੀ ਰੋਸ਼ਨੀ ਵਿੱਚ ਵਿਵਾਹ ਆਨੰਦ ਕਾਰਜ ਦੇ ਸੰਬੰਧੀ ਜੋ ਲਾਵਾਂ ਦਾ ਪਾਠ ਕੀਤਾ ਜਾਂਦਾ ਹੈ, ਤੇ ਜੋ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਵਿੱਚ ਇਨਸਾਨ ਨੇ ਉਹਦੇ ਅਕੋਰਡਿੰਗਲੀ ਇਨਸਾਨ ਨੇ ਜੋ ਸਿੱਖਾਂ ਨੇ ਜੋ ਸਮਾਜਿਕ ਰਸਮਾਂ ਰਿਵਾਜਾਂ ਨੂੰ ਆਧਾਰ ਬਣਾਇਆ ਹੈ, ਉਹਨਾਂ ਰਸਮਾਂ ਨੂੰ, ਉਹਨਾਂ ਮਰਿਆਦਾ ਨੂੰ, ਉਹਨਾਂ ਸਿਧਾਂਤ ਨੂੰ ਹਜੂਰ ਦੇ सम्मुख ਹੋ ਕੇ ਜਦੋਂ ਉਹਦੀ ਅਸੀਂ ਵਿਆਖਿਆ ਕਰਨੇ ਆ, ਉਹਦੇ ਵਿੱਚ ਕਿਸ ਤਰ੍ਹਾਂ ਅਸੀਂ ਅਕਾਲ ਪੁਰਖ ਨਾਲ ਜੁੜਦੇ ਹਾਂ ਤੇ ਕਿਸ ਤਰ੍ਹਾਂ ਅਸੀਂ ਆਪਣਾ ਜੀਵਨ ਗੁਜ਼ਾਰਨੇ ਹਾਂ। ਜੇ ਉਸ ਨੂੰ ਆਪਾਂ ਦੇਖੀਏ ਤੇ ਜਿਹੜਾ ਵਿਵਾਹ ਹੈ ਇਹ ਇੱਕ ਸੰਸਥਾ ਵੀ ਹੈ ਤੇ ਇੱਕ ਸੰਬੰਧ ਵੀ ਹੈ। ਸੰਸਥਾ ਇਸ ਰੂਪ ਵਿੱਚ ਹੈ ਕਿ ਇਹ ਸਮਾਜ ਦੀ ਇੱਕ ਬੁਨਿਆਦ ਵੀ ਹੈ। ਜਦੋਂ ਅਸੀਂ ਜਿਹਦਾ ਪਰਿਵਾਰ ਨੂੰ ਚਲਾਉਣਾ ਹੋਵੇ ਜਾਂ ਅੱਗੇ ਚੱਲਣਾ ਹੋਵੇ ਤੇ ਉੱਥੇ ਇੱਕ ਬੁਨਿਆਦ ਵਾਂਗ ਕੰਮ ਕਰੇਗਾ। ਇੱਕ ਪਰਿਵਾਰ ਦੇ ਉੱਤੇ ਕਿਉਂਕਿ ਇੱਕ ਸਮਾਜਿਕ ਢਾਂਚਾ ਖੜਾ ਹੁੰਦਾ ਹੈ ਤੇ ਵਿਆਹ ਤੋਂ ਬਾਅਦ ਪਰਿਵਾਰ ਸ਼ੁਰੂ ਹੁੰਦਾ ਹੈ, ਤੇ ਉੱਥੇ ਇੱਕ ਸੰਬੰਧ ਵੀ ਹੈ, ਦੋ ਮਨੁੱਖਾਂ ਦੇ ਵਿਚਕਾਰ ਸੰਬੰਧ ਹੈ, ਦੋ ਪਰਿਵਾਰਾਂ ਦੇ ਵਿਚਕਾਰ ਸੰਬੰਧ ਹੈ। ਪਰਿਵਾਰਾਂ ਦੇ ਨਾਲ ਸੰਬੰਧ ਦਾ ਭਾਵ ਹੈ ਕਿ ਜਿਸ ਨਾਲ ਆਉਣ ਵਾਲੀ ਪੀੜ੍ਹੀ ਦੇ ਨਿਯੰਤਰਣ ਉੱਤੇ ਇੱਕ ਮਤਲਬ ਫੈਮਿਲੀ ਕ੍ਰੀਏਟ ਹੁੰਦੀ ਹੈ ਵਿਵਾਹ ਤੋਂ ਬਾਅਦ। ਇਸ ਤਰੀਕੇ ਨਾਲ ਇਹ ਆਪਸੀ ਸੰਬੰਧਾਂ ਤੋਂ ਬਾਅਦ ਫੈਮਿਲੀ ਕ੍ਰੀਏਟ ਹੁੰਦੀ ਹੈ, ਤੇ ਜਿੱਥੇ ਦੋ ਜੀਆਂ ਦੇ ਵਿੱਚ ਸੰਬੰਧ ਜੁੜਦੇ ਨੇ ਇੱਕ ਸਮਾਨਤਾ ਦਾ ਭਾਵ ਵੀ ਹੁੰਦਾ ਹੈ। ਤੇ ਕਿਉਂਕਿ ਵਿਵਾਹ ਇੱਕ ਅਸੀਂ ਇੰਸਟੀਟਿਊਸ਼ਨ ਵੀ ਮੰਨ ਰਹੇ ਹਾਂ, ਤੇ ਇੰਸਟੀਟਿਊਸ਼ਨ ਵਿੱਚ ਸਮੇਂ ਦੇ ਨਾਲ ਕੁਝ ਚੇਂਜਸ ਵੀ ਹੁੰਦੇ ਰਹਿੰਦੇ ਨੇ। ਜਿਵੇਂ ਅੱਜ ਤੋਂ ਕਿੰਨੇ ਸੌ ਸਾਲ ਪਹਿਲੇ ਵਿਵਾਹ ਦਾ ਰੂਪ ਅਲੱਗ ਸੀ, ਅੱਜ ਅਲੱਗ ਹੈ। ਤੇ ਜੇ ਅਸੀਂ ਇਹ ਦੇਖੀਏ ਕਿ ਵਿਵਾਹ ਦੀ ਲੋੜ ਕੀ ਹੈ, ਤੇ ਵਿਵਾਹ ਦੀ ਲੋੜ ਮਨੁੱਖ ਨੂੰ ਭਾਵਨਾਤਮਕ ਸੁਰੱਖਿਆ ਪ੍ਰਦਾਨ ਕਰਦੀ ਹੈ, ਨਾਲ ਨਾਲ ਇੱਕ ਮਨੋਵਿਗਿਆਨਿਕ ਸਹਾਰਾ ਵੀ ਦਿੰਦੀ। ਸਾਡੇ ਸਮਾਜ ਵਿੱਚ ਅਸੀਂ ਦੇਖਦੇ ਹਾਂ ਬਹੁਤ ਸਾਰੀ ਕਈ ਬੁਰਾਈਆਂ ਵਿਵਾਹ ਨਾਲ ਜੁੜ ਜਾਂਦੀਆਂ, ਜਿਵੇਂ ਜਾਤ ਪਾਤ ਹੈ, ਦਹੇਜ ਪ੍ਰਥਾ ਹੈ, ਪੈਟਰੀਆਰਕੀ ਹੈ, ਐਕਸਪਲੋਇਟੇਸ਼ਨ ਹੈ, ਵਿਵਾਹਾਂ ਤੇ ਹੋਣ ਵਾਲੇ ਬੇਤਹਾਸ਼ਾ ਖਰਚੇ ਨੇ। ਜਾਂ ਜੇ ਅਸੀਂ ਹੋਰ ਕਈ ਸਮਾਜਾਂ ਦੇਖੀਏ ਤੇ ਔਰਤ ਕੋਈ ਅਨਪੇਡ ਲੇਬਰ ਨਹੀਂ ਹੈ, ਸਗੋਂ ਲੋੜ ਪੈਣ ਤੇ ਉਹ ਬਿਲਕੁਲ ਉਸੇ ਤਰੀਕੇ ਨਾਲ ਜਿਵੇਂ ਇੱਕ ਪੁਰਸ਼ ਆਪਣੇ ਸਮਾਜ ਵਾਸਤੇ, ਆਪਣੇ ਪਰਿਵਾਰ ਵਾਸਤੇ ਕੰਮ ਕਰਦਾ ਹੈ, ਉਸੇ ਤਰੀਕੇ ਨਾਲ ਇੱਕ ਔਰਤ ਵੀ ਕੰਮ ਦਿੰਦੀ ਹੈ, ਤੇ ਦੋਨੋਂ ਇੱਕ ਦੂਸਰੇ ਦਾ ਸਾਥ ਦਿੰਦੇ ਨੇ। ਇਹ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਔਰਤ ਦੂਜੇ ਦੀ ਖੁਸ਼ੀ ਲਈ ਸਮਾਜ, ਪਰਿਵਾਰ ਵਾਸਤੇ ਆਪਣਾ ਸਾਰਾ ਕੁਝ ਕੁਰਬਾਨ ਕਰ ਦਿੰਦੀ ਹੈ, ਵਾਰ ਦਿੰਦੀ ਹੈ। ਇਸ ਕਰਕੇ ਸਾਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਜਿੱਥੇ ਔਰਤ ਇੰਨਾ ਕੁਝ ਸਭ ਕੁਝ ਵਾਰ ਰਹੀ ਹੈ, ਉੱਥੇ ਔਰਤ ਨਾਲ ਕੋਈ ਵਧੀਕੀ ਵੀ ਨਾ ਹੋਵੇ। ਇਸ ਕਰਕੇ ਜਿੱਥੇ ਉਹਦਾ ਸਨਮਾਨ, ਪੁਰਸ਼ ਦਾ ਸਨਮਾਨ ਵੀ ਚਾਹੀਦਾ ਹੈ, ਇਸਤਰੀ ਦਾ ਸਨਮਾਨ ਵੀ ਚਾਹੀਦਾ ਹੈ, ਉਸੇ ਸਨਮਾਨ ਨੂੰ ਕਿਉਂਕਿ ਸਿੱਖ ਧਰਮ ਵਿੱਚ ਬੜਾ ਮਹੱਤਵ ਦਿੱਤਾ ਗਿਆ, ਤੇ ਉਹਨਾਂ ਦੋਨਾਂ ਦੇ ਅੰਦਰ ਬਰਾਬਰੀ ਦੀ ਭਾਵਨਾ ਲੈ ਕੇ ਹੀ ਇਹ ਤੁਰਦਾ ਹੈ। ਜੇ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਨਜ਼ਰ ਮਾਰੀਏ ਤੇ ਇਹਦੇ ਜਿਹੜੇ ਵਿਵਾਹ ਸ਼ਬਦ ਦੇ ਜਿਹੜੇ ਰੂਪ ਨੇ ਉਹ ਹੈਗੇ ਨੇ ਵਿਆਹਨ, ਵਿਆਹਨ, ਵਿਆਹ, ਵਿਆਹਿਆ, ਵਿਆਹੀਆਂ। ਤੇ ਇਹਦੇ ਵਿੱਚ ਇਹਦੀਆਂ ਅਲੱਗ-ਅਲੱਗ ਪੰਕਤੀਆਂ ਆਉਂਦੀਆਂ ਨੇ, ਜਿਵੇਂ ਖੇਲ ਦੇਖ ਮਨ ਅਨੰਦ ਵਿਆਹ ਸੋ ਵਿਆਹਨ, ਇੱਕ
ਇੱਕ ਯੂਜ਼ਰ ਹੈਗੀ ਹੈ ਗੁਰਮੁਖ ਵਿਆਹਨ ਆਇਆ, ਇੱਕ ਹੈਗੀ ਹੈ ਜਾਜ ਸੌਰੀ ਕਾਜ ਵਿਆਹੇ ਸੁਹਾਵੈ, ਉੱਥੇ ਮਾਸ ਸਮਾਨਾ, ਇੱਕ ਹੈਗੀ ਹੈ ਵੱਡਾ ਹੋਆ ਵਿਆਹਿਆ ਕਰ ਲੈ, ਇੱਕ ਹੈਗਾ ਵਿਆਹੀਆਂ, ਤੇ ਇੱਕ ਜਗ੍ਹਾ ਆਂਦਾ ਵਿਆਹ ਹੋਆ ਮੇਰੇ ਗੁਰਮੁਖ ਤੇ ਹਰ ਪਾਇਆ। ਜੇ ਇਹਦੇ ਇਲਾਵਾ ਜੇ ਇਹ ਤੇ ਐੜਾ ਦਾ ਸੀ, ਇਸ ਤੋਂ ਬਾਅਦ ਬੱਬਾ ਤੇ ਵਿਰਕ ਬੱਬਾ ਹੋਰ, ਉਹਦੇ ਵਿੱਚ ਵੀ ਇਹੀ ਸ਼ਬਦ ਵਰਤਿਆ ਜਾਂਦਾ, ਵਿਵਾਹ ਹੋਆ ਸਭ ਸੇਤੀ ਪੰਜ ਸ਼ਬਦੀ ਆਇਆ, ਜਾਂ ਇੱਕ ਸ਼ਬਦ ਆਂਦਾ ਵਿਵਾਹੀ। ਇਹ ਵਿਵਾਹ ਸ਼ਬਦ ਦੇ ਅਲੱਗ-ਅਲੱਗ ਰੂਪਾਂ ਦੀ ਵਰਤੋਂ ਹੈ, ਜਿਹਦੇ ਉੱਤੇ ਆਪਾਂ ਜਿਹਨੂੰ ਲੈ ਕੇ ਆਪਾਂ ਇੱਕ ਮਤਲਬ ਸ਼ਬਦ ਜਿਹੜਾ ਆਧਾਰ ਜਿਹੜਾ ਵਿਵਾਹ ਹੈ ਉਹ ਬਾਰੇ ਮੈਂ ਆਪ ਜੀ ਨਾਲ ਗੱਲ ਕੀਤੀ। ਜੇ ਹੁਣ ਅਸੀਂ ਗੱਲ ਕਰੀਏ ਸਾਡੇ ਅੱਜ ਦੇ ਸਤਿਕਾਰਯੋਗ ਵੀਰ ਕਵਿਰਾਜ ਸਿੰਘ ਵੀਰ ਜੀ, ਤੇ ਹੁਣ ਇਹਨਾਂ ਬਾਰੇ ਮੈਂ ਕੀ ਦੱਸਾਂ। ਮੈਂ ਸਭ ਤੋਂ ਪਹਿਲੀ ਲਾਈਨ ਤੇ ਮੈਂ ਇਹ ਕਹਿਣਾ ਚਾਹਾਂਗਾ, ਇਹਨਾਂ ਨੂੰ ਸੁਣਨਾ ਮੈਨੂੰ ਬਹੁਤ ਚੰਗਾ ਲੱਗਦਾ, ਕਿਉਂਕਿ ਮੈਂ ਪਰਸਨਲੀ ਜਦੋਂ IAGS ਕੈਂਪ ਵਿੱਚ ਗਿਆ ਤੇ ਇਹਨਾਂ ਦੇ ਫਾਦਰ ਸਾਹਿਬ ਕੈਪਟਨ ਹਰਭਜਨ ਸਿੰਘ ਜੀ ਤੇ ਵੀਰ ਜੀ ਨੂੰ ਸੁਣਨਾ ਇੱਕ ਵਾਕਈ ਹੀ ਮਤਲਬ ਡਿਫਰੈਂਟ ਐਕਸਪੀਰੀਅੰਸ ਹੈ। ਇਹਨਾਂ ਦੇ ਬਾਰੇ ਕਹਿਣਾ ਹੁਣ ਕੀ ਕਹੀਏ ਕਿ ਦੇਖੋ, ਆਪਣੇ ਹਰ ਬੰਦਾ ਆਪਣੇ ਕੰਮ ਵਿੱਚ ਬਿਜ਼ੀ ਹੈ, ਹਰ ਬੰਦਾ ਆਪਣੇ ਕੰਮ ਵਿੱਚ ਰੁੱਝਿਆ ਹੋਇਆ, ਲੇਕਿਨ ਆਪਣੇ ਕੰਮ ਦੇ ਰੁਝੇਵਿਆਂ ਤੋਂ ਨਿਕਲ ਕੇ ਭਰੀ ਗਰਮੀ 'ਚ ਮਈ ਜੂਨ ਦੇ ਮਹੀਨੇ ਵਿੱਚ ਦੇਹਰਾਦੂਨ ਵਰਗੀ ਇੱਕ ਜਗ੍ਹਾ ਤੇ ਜਾਣਾ, ਇੱਕ ਸਕੂਲ ਵਿੱਚ ਇੰਡੀਆ ਆਣਾ, ਇੱਕ ਸਕੂਲ ਵਿੱਚ ਕੈਂਪ ਲਗਾਣਾ, ਕੈਂਪ ਨੂੰ ਮੈਨੇਜ ਕਰਨਾ, ਮੇਰੇ ਖਿਆਲ ਨਾਲ ਸ਼ਾਇਦ 9 ਦਿਨ ਦਾ ਕੈਂਪ ਹੁੰਦਾ ਹੈ। ਮੈਂ ਇੱਕ ਵਾਰੀ ਅਟੈਂਡ ਕੀਤਾ, ਮੇਰੀ ਵਾਈਫ ਤੇ ਬੇਟੇ ਨੇ 2 ਵਾਰੀ ਅਟੈਂਡ ਕੀਤਾ। ਮਕਸਦ ਕੀ ਹੈ ਇਹਨਾਂ ਦਾ, ਕਿਉਂ ਇੰਨੀ ਪੇਨ ਲੈ ਰਹੇ ਨੇ, ਇਹਨਾਂ ਨੂੰ ਕੀ ਦਰਦ ਹੈ, ਚਾਹੁੰਦੇ ਤੇ ਰਹਿਣ ਆਪਣੇ ਘਰ ਵਿੱਚ ਇਹ ਵੀ, ਪਰ ਇਹ ਕਿਉਂ ਲਗਾਉਂਦੇ ਨੇ 9 ਦਿਨ ਦਾ ਕੈਂਪ, ਉਹਦੇ ਵਾਸਤੇ ਕਿੰਨੇ ਦਿਨ ਇਹਨਾਂ ਨੂੰ ਉੱਥੋਂ ਸਾਰੇ ਬਾਈ 에ਅਰ ਇੰਡੀਆ ਆਉਂਦੇ ਨੇ, ਫਿਰ ਇੱਥੇ ਆ ਕੇ ਕਿੰਨੇ ਦਿਨ ਇਹਨਾਂ ਨੂੰ ਤਿਆਰੀ ਕਰਨ ਲੱਗਦੇ ਨੇ, ਫਿਰ ਉਹ ਸਾਰਾ ਉਹਨੂੰ ਜਦੋਂ ਸਮਾਪਤ ਹੁੰਦਾ ਹੈ ਉਸ ਤੋਂ ਬਾਅਦ ਫਿਰ ਉਹਨੂੰ ਸਮਾਪਨ ਕਰਨ ਵਿੱਚ ਹੀ ਬੱਚੇ ਦੇ ਆਪਣੇ ਘਰ ਚਲੇ ਜਾਂਦੇ ਨੇ, ਪਰ ਇਹਨਾਂ ਨੂੰ ਕਿੰਨਾ ਸਮਾਂ ਲੱਗਦਾ ਹੋਏਗਾ। ਫਿਰ ਤੁਸੀਂ ਦੇਖੋ 9 ਦਿਨ ਦੇ ਕੈਂਪ ਨੂੰ ਮੈਨੇਜ ਕਰਨਾ, ਉਹਦੇ ਵਿੱਚ ਹਰ ਇੱਕ ਸ਼ਖਸ ਦਾ ਧਿਆਨ ਰੱਖਣਾ, ਕੁਝ ਵੀ ਕਿਸੇ ਦੀ ਤਬੀਅਤ ਖਰਾਬ ਹੋ ਸਕਦੀ ਹੈ, ਕਿਸੇ ਨੂੰ ਕੋਈ ਪ੍ਰੋਬਲਮ ਆ ਸਕਦੀ ਹੈ, ਇੱਕ ਬੰਦੇ ਦਾ ਐਵੇਂ ਧਿਆਨ ਰੱਖਣਾ ਕਿ ਜਿਵੇਂ ਤੁਸੀਂ ਇੱਕ ਫੈਮਿਲੀ ਦੇ ਵਿਚਕਾਰ ਹੋ। ਇਹ ਮੈਂ ਪਰਸਨਲ ਮੇਰਾ ਐਕਸਪੀਰੀਅੰਸ ਹੈ, ਮੇਰੇ ਪਨੇਵੀ ਨੂੰ ਉੱਥੇ ਇੱਕ ਪ੍ਰੋਬਲਮ ਹੋਈ, ਮੈਂ ਵੀਰ ਜੀ ਨੂੰ ਇੱਕ ਫੋਨ ਕੀਤਾ, 3 ਮਿੰਟ ਦੇ ਅੰਦਰ ਉਹਦੀ ਪ੍ਰੋਬਲਮ ਸੌਰਟ ਆਊਟ ਹੋ ਗਈ। ਮਤਲਬ ਉੱਥੇ ਇੱਕ ਇਹੋ ਜਿਹਾ ਮਾਹੌਲ ਬਣ ਜਾਂਦਾ IAGS ਕੈਂਪ ਦੇ ਅੰਦਰ ਕਿ ਉਹ ਤੁਸੀਂ ਐਵੇਂ ਬੌਂਡਿੰਗ ਹੋ ਜਾਂਦੇ ਕਿ ਤੁਸੀਂ ਭੁੱਲ ਜਾਂਦੇ ਹੋ 9 ਦਿਨਾਂ ਦੇ ਅੰਦਰ ਕਿ ਬਾਹਰਲਾ ਵੀ ਕੋਈ ਸੰਸਾਰ ਹੈ, ਇੱਕ ਹੋਰ ਨਵਾਂ ਸਰਾ, ਇੱਕ ਨਵਾਂ ਸੰਸਾਰ, ਇੱਕ ਨਵੀਂ ਦੁਨੀਆ ਸਿਰਜ ਜਾਂਦੀ ਹੈ। ਮੇਰੇ ਖਿਆਲ ਨਾਲ ਜੋ ਇਹ ਕਰ ਰਹੇ ਨੇ, ਨਵੀਂ ਪਨੀਰੀ ਨੂੰ ਮਾਡਰਨ ਟੈਕਨੀਕ ਦੇ ਨਾਲ ਗੁਰੂ ਨਾਲ ਜੋੜਨ ਦੀ ਗੱਲ ਹੈ, ਜਿਸ ਤੋਂ ਕਿ ਸਾਰੇ ਸਾਰਿਆਂ ਨੂੰ ਸੇਧ ਲੈਣੀ ਚਾਹੀਦੀ ਹੈ। ਔਰ ਇਹਨਾਂ ਦਾ ਜਿਹੜਾ ਮੈਨੇਜਮੈਂਟ ਹੈ, ਮੈਂ ਖੁਦ ਕਿਉਂਕਿ ਉੱਥੇ ਲੀਚੀ ਦੇ ਪੇੜ ਦੇ ਹੇਠਾਂ ਮੈਂ ਲੰਗਰ ਛਕਦਾ ਸੀ, ਉਹ ਇੱਕ ਡਿਫਰੈਂਟ ਜਗ੍ਹਾ ਹੈ, ਡਿਫਰੈਂਟ ਐਕਸਪੀਰੀਅੰਸ ਹੈ। ਐਵੇਂ ਤੁਸੀਂ ਹੱਥ ਉੱਤੇ ਚੁੱਕੋ ਤੇ ਤੁਹਾਡਾ ਹੱਥ ਲੀਚੀ ਨੂੰ ਟੱਚ ਕਰਦਾ ਹੈ, ਹਲਕੀ ਹਲਕੀ ਠੰਡਕ ਹੁੰਦੀ ਹੈ ਰਾਤ ਵੇਲੇ। ਔਰ ਮੈਨੂੰ ਵੀ ਉੱਥੇ ਕਈ ਪ੍ਰੋਬਲਮ ਆਈ ਹੈ, ਇਹ ਨਹੀਂ ਕਿ ਨਹੀਂ ਆਈ ਹੈ, ਪਰ ਜੇ ਇਹਨਾਂ ਕੋਲ ਪ੍ਰੋਬਲਮ ਲੈ ਕੇ ਜਾਓ ਤੇ ਉਹ ਪ੍ਰੋਬਲਮ ਸੌਰਟ ਆਊਟ ਹੋ ਜਾਂਦੀ ਸੀ। ਇਹ ਨਹੀਂ ਕਿ ਉਹ ਪ੍ਰੋਬਲਮ ਚਲਦੀ ਰਹੇਗੀ ਜਾਂ ਉਹ ਲਟਕਦੀ ਰਹੇਗੀ, ਇਸ ਤਰ੍ਹਾਂ ਨਹੀਂ ਹੁੰਦਾ ਸੀ। ਦੂਸਰਾ, ਜਦੋਂ ਇਹਨਾਂ ਦੇ ਫਾਦਰ ਸਾਹਿਬ ਦਾ ਅਸੀਂ ਲੈਕਚਰ ਸੁਣਦੇ ਸੀ ਜਾਂ ਵੀਰ ਜੀ ਦੇ ਲੈਕਚਰ ਸੁਣਦੇ ਸੀ ਨਾ, ਮੈਨੂੰ ਤਾਂ ਬੜੀ ਹੈਰਾਨੀ ਹੁੰਦੀ ਕਿ ਕੋਈ ਇੰਨਾ ਮਿੱਠਾ ਬੋਲਣ ਵਾਲੀ ਸ਼ਖਸੀਅਤ ਵੀ ਇਸ ਸੰਸਾਰ ਵਿੱਚ ਹੈਗੀ ਹੈ। ਮਤਲਬ ਜਿਹਨੂੰ ਥੋੜੇ ਜਿਹੇ ਜਿਹਦੇ ਅੱਖਰ ਇਹ ਕੰਨ 'ਚ ਪੈਣ ਨਾ ਤੇ ਏਦਾਂ ਲੱਗਦਾ ਜਿਵੇਂ ਮਿਸ਼ਰੀ ਘੁਲਣੀ ਸ਼ੁਰੂ ਹੋ ਗਈ ਹੋਵੇ। ਫਿਰ ਇਹਨਾਂ ਦਾ ਜਿਹੜਾ ਐਕਸੈਂਟ ਹੈ ਉਹਦੇ ਵਿੱਚ ਜਿਹੜੀ ਹਲਕੀ ਜੀ ਉਹ ਬਾਹਰਲੀ ਕੰਟਰੀ ਦੀ ਐਕਸੈਂਟ ਆਉਂਦੀ ਹੈ ਇੰਗਲਿਸ਼ ਦੀ, ਔਰ ਜਦੋਂ ਪੰਜਾਬੀ ਆਉਂਦੀ ਹੈ ਨਾਲ, ਮਤਲਬ ਹੁਣ ਕੀ ਕਹੀਏ, ਇੰਨਾ ਪਿਆਰ ਦਿੱਤਾ ਇਹਨਾਂ ਨੇ ਉੱਥੇ ਕਿ ਉੱਥੋਂ ਕੈਂਪ ਤੋਂ ਵਾਪਸ ਆਉਣ ਤੇ ਦਿਲ ਨਹੀਂ ਕਰਦਾ। ਸੱਚੀ ਗੱਲ ਤੇ ਇਹ ਹੈਗੀ ਹੈ। ਮਤਲਬ ਇਹ ਇੱਕ ਕੈਂਪ ਦੇ ਰਾਹੀਂ ਇੱਕ ਬੱਚਿਆਂ ਵਿੱਚ ਜਿਹੜੇ ਗੁਰਮਤ ਦੀ ਇੱਕ ਚਾਨਣ ਭਰਦੇ ਨੇ, ਉਹ ਇੱਕ ਅਜਿਹਾ ਪੇੜ ਹੈ ਜਿਹੜਾ ਬੱਚਾ
ਉੱਥੋਂ ਤਿਆਰ ਹੋ ਕੇ ਅੱਗੇ ਹੋਰ ਜਾ ਕੇ ਦੇਖੋ ਉਹ ਇੱਕ ਰੁੱਖ ਬਣ ਕੇ ਕਿੰਨੇ ਸਾਰੇ ਹੋਰ ਪੇੜ ਲਗਾਏਗਾ ਗੁਰਮਤ ਦੇ ਤੇ ਕਿੰਨੇ ਸਾਰੇ ਹੋਰ ਬੱਚਿਆਂ ਨੂੰ ਗੁਰਮਤ ਨਾਲ ਜੋੜੇਗਾ। ਬਸ ਮੇਰੇ ਖਿਆਲ ਨਾਲ ਮੇਰਾ ਇੰਨਾ ਕਹਿਣਾ ਬਹੁਤ ਹੈ। ਅੱਗੇ ਵੀਰ ਜੀ ਬੋਲਣ ਤੇ ਉਹ ਜ਼ਿਆਦਾ ਅੱਛਾ। ਮੈਂ ਇਹਨਾਂ ਨੂੰ ਇਹ ਵੀ ਬੇਨਤੀ ਕਰਾਂਗਾ ਕਿ IIGS ਕੈਂਪ ਬਾਰੇ ਵੀ ਥੋੜਾ ਜਿਹਾ ਇਨੀਸ਼ੀਅਲ ਤੇ ਹਾਲਾਂਕਿ ਅਸੀਂ ਵੀਡੀਓ ਵੀ ਦਿਖਾਈ ਹੈ, ਪਰ ਜੇ ਇਹ ਥੋੜਾ ਜਿਹਾ ਉਹਦੇ ਬਾਰੇ ਵੀ ਦੱਸਣ ਕਿ ਕਿਸ ਤਰ੍ਹਾਂ ਹੁੰਦਾ, ਕਿਉਂਕਿ ਮੈਂ ਵੀ ਮੇਰਾ ਵੀ ਦਿਲ ਕਰ ਰਿਹਾ ਕਿ ਮੈਂ ਦੁਬਾਰਾ ਸੁਣਾ ਉਹ ਸਾਰੀਆਂ ਗੱਲਾਂ ਥੋੜੀ ਜਿਹਾ ਕਿਸ ਤਰ੍ਹਾਂ ਮੈਨੇਜ ਕਰਦੇ ਨੇ, ਕੀ ਔਕੜਾਂ ਇਹਨਾਂ ਨੂੰ ਆਉਂਦੀਆਂ ਨੇ, ਉੱਥੋਂ ਆਉਂਦੇ ਨੇ ਤੇ ਫਿਰ ਇਹਨਾਂ ਦੇ ਕੀ ਐਕਸਪੀਰੀਅੰਸ ਨੇ ਉਹ ਵੀ ਸ਼ੇਅਰ ਕਰਨ। ਤੇ ਫਿਰ ਅੱਜ ਦਾ ਸਾਡਾ ਜਿਹੜਾ ਟੌਪਿਕ ਹੈ ਉਹ ਵੀ ਹੈ ਵੀਰ ਜੀ ਕਵਰ ਕਰਨ। ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਬੜੇ ਪਿਆਰ ਨਾਲ ਆਪਣੇ ਵੀਰ ਕਵੀਰਾਜ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Thank you, Indrajit Paji. You're very kind with your words and really appreciate the warmth. Before ਆਪਾਂ ਸ਼ੁਰੂ ਕਰੀਏ ਅੱਜ ਦੀ ਗੱਲਬਾਤ, and before I, you know, simply disagree with a lot of stuff Virji said about me, that's all false. ਬਾਕੀ ਆਪਾਂ ਬਾਕੀ ਗੱਲ ਸ਼ੁਰੂ ਕਰਾਂਗੇ ਬਾਅਦ ਵਿੱਚ। ਪਹਿਲਾਂ ਪੁੱਛਦੇ ਹਾਂ ਸਭ ਠੀਕ ਠਾਕ ਨੇ ਕਰੋਨਾ ਟਾਈਮਸ ਵਿੱਚ? I hope you all doing well. You all taking care of yourself? ਜਿੱਥੇ ਜਿੱਥੇ ਬੈਠੇ ਹੋ, I hope you are. My most humble request to everyone will be to please take it very seriously, this thing. It's hurting a lot of good people. ਸਾਡੇ ਬੜੇ ਪਿਆਰੇ ਜਾਨ ਪਛਾਣ ਵਾਲੇ ਇਸ ਵਕਤ ਸਫਰ ਕਰ ਰਹੇ ਨੇ, and if we can be a little bit more careful and honor God, I think we can avoid this. So please humble ji request man lo, and do some deep breathing, and that's one of the best things you can do. Check your oxygen levels well, and if you get any sign कि ਤੁਹਾਨੂੰ ਥੋੜਾ ਜਿਹਾ ਵੀ ਲੱਗੇ ਕੋਈ ਚਾਂਸ ਹੈ, then make sure you take care of it. Having said, gotten that message out of the way, I thought it was very important for me to say it. Again, thank you, Indrajit Paji, for the introduction. I'm Sevadar at International Institute of Gurmat Studies. My name is Sardar Kaviraj Singh, as Viji said. IGS, or International Institute of Gurmat Studies, as it is known worldwide today, was started by my dad, Captain Kanwar K.H. Singh, whom we all call Pyarnal Papaji. It was with Vaiguruji's guidance and inspiration that this organization came into being. And it started back in 1955, which is almost 65 years old. And probably it's the only organization in the Sikh history that's been going on for so long on a voluntary basis outside the Gurdwara setups. We have no paid staff, and everyone who's able to help comes and gives their time and donations. And that's what keeps our activities going. That's what keeps our sare jo keep up of the organization as well up and running. So how did it all start? Papaji realized early in his life that Sikh youth is not having the support that's required for them to strengthen their belief systems. I hope everyone can hear me well. If somebody can give me a thumbs up. Daljit Vijay, can you hear me? Okay, good. So even though people were going regularly to Gurdwara Sahib, he realized there wasn't a consistency of answers in why we do what we do. Even today, agar ਆਪਾਂ ਇੱਥੇ ਕਿੰਨੇ ਬੈਠੇ ਹਾਂ, 55 ਵੀਰ ਭੈਣਾਂ ਬੈਠੇ ਹਾਂ, ਅਗਰ ਤੁਹਾਨੂੰ ਮੈਂ ਕੁਝ ਬੜੇ ਸਿੰਪਲ ਜਿਹੇ ਕੁਐਸਚਨਸ ਪੁੱਟ ਅਪ ਕਰਾਂ, who's a Sikh, why do we wear a kara, why do we do ਚੌਰ ਸਾਹਿਬ, ਕਿਉਂ ਅਸੀਂ ਮੱਥਾ ਟੇਕਦੇ ਹਾਂ,
I have no doubt that I'll get various different answers. There will be not a consistently one answer for each question. So that sometimes gives mixed messages to our youth when there's no clarity of thought. We don't have any standardized practices or answers. What is the purpose of our journey, our Sikh's journey? How often do we talk about this? We don't. ਕੀ ਸਾਡਾ ਕੰਮ ਇਸ ਦੁਨੀਆ 'ਚ ਆਣਾ ਸਿਰਫ ਖਾਣ ਪੀਣ ਪੜ੍ਹਨ ਵਿਆਹ ਕਰਨ ਕੰਮ ਕਰਨ ਬੱਚੇ ਜੰਮਣ ਫਿਰ ਬੱਚਿਆਂ ਦੇ ਬੱਚੇ ਸੰਭਾਲ ਫਿਰ ਚਲੇ ਜਾਣਾ ਦੁਨੀਆ ਤੋਂ ਹੀ ਹੈ ਕਿ ਸਾਡਾ ਕੋਈ ਹੋਰ ਵੀ ਕੰਮ ਹੈ? Why have we come to this world? What is our journey? Why did our Guru Sahibs spend 239 years creating this panth? We all take a shot at it. We all say different things. And Papaji's vision was to give more consistent answers with more authority and more, which will resonate better with the youth. So when he went to Khalsa College, Amritsar, the urgency to start the organization even grew more. When he went to Khalsa College, Amritsar, he was really excited. कि मैं जो सिखां दा hub है, and we're talking about 50s, right? So मैं सिखां दे hub जा रहा जो main center of activity is Khalsa College, Amritsar, next to Sri Harmandir Sahib. He was absolutely thrilled that he'll get to meet some बहुत प्यारे Gursikhs, Guru de Bande. What turned out to be a nightmare and a dismay for him was जो संडे आया तो बंदे ने सिर धोए ਤੇ ਜੋ ਮੋਸਟਲੀ ਪੰਜਾਬ ਦੇ ਸਿੱਖ ਬੱਚੇ ਆਏ ਹੋਏ ਸੀ ਮੁੰਡੇ ਉਹਨਾਂ ਨੇ ਆਪਣੇ ਸੈਂਟਰ ਵਿੱਚੋਂ ਸਾਰਾ ਸਿਰ ਸ਼ੇਵ ਕੀਤਾ ਹੋਇਆ ਸੀ ਸਿਰਫ ਸਾਈਡ ਦੇ ਵਾਲ ਉਹਨੇ ਰੋਲ ਕਰਕੇ ਉੱਤੇ ਜੋੜਾ so absolutely opposite of what pundits do. Pundits have a bodhi in the middle. All these kids had the outside area. He could never imagine a Sikh touching blade to his hair. He was shocked. He was devastated. He felt something. He felt there was an amazing urgency to it. We need to do it now. It became his purpose. Next, he noticed जो साड़ी पहना ने, even though साडे Guru Sahib ने put them on an equal or higher footing than the men, they were not having any platform to ask questions, to express themselves, or just come forward and talk. They had no place. And in the process, they were being left behind. ਤੁਸੀਂ ਅੱਜ ਵੀ ਦੇਖੋ ਅੱਜ ਵੀ ਅਗਰ ਤੁਸੀਂ ਨਜ਼ਰ ਮਾਰੋ ਤਾਂ ਸਾਡੀ ਭੈਣਾਂ ਦਾ ਹਾਲ ਹੈ ਪੰਜਾਬ ਵਿੱਚ ਹਾਈਐਸਟ ਰੇਟ ਆਫ ਫੈਟੀਸਾਈਡ ਕਿਡਸ ਵੂਮਨ ਫੈਟੀਸਾਈਡ ਅੱਜ ਦੇ ਦਿਨ ਵਿੱਚ and even though our women, Sikh women, are more educated than average Sikh men of today, we have people among us, pracharaks, who will say, "Eh Gurbani, ਅਸੀਂ ਆਪਣੀ ਭੈਣਾਂ ਦੇ ਅੱਗੇ ਪੜ੍ਹ ਸਕਦੇ ਹਾਂ?" They are insulting the intellect by saying such a thing. Even though the aim is different, the aim is to put a doubt in the mind of everyone about Sri Dasam Granth Sahib, but in the process, they are also taking a hit at the women. Papa felt, he took a note that something needs to be done. So hence started the process of a co-ed camp. So Papa and his friends
the team he put together thought, how do we move forward? Everything was decided कि 3 step program करेंगे. पहला होगा कैंप, दूसरा होगा कीर्तन, ते तीसरा होगा कथा विचार. And the 3 steps launched. So when the camp was announced, जो उस टाइम दे मौत फिर साढ़े जो लीडर सीगे, they were shocked to hear कि IGS is going to host a co-ed camp. ਸਾਡੀ ਸਿੱਖ ਹਿਸਟਰੀ 'ਚ ਅੱਜ ਤੱਕ ਇਹੋ ਜਿਹੀ ਚੀਜ਼ ਨਹੀਂ ਹੋਈ ਸੀ. ਐਂਡ ਜੋ ਸਾਡੇ ਬੜੇ ਪਿਆਰੇ ਪਿਆਰੇ ਲੀਡਰ ਸੀਗੇ ਉਸ ਟਾਈਮ ਦੇ, ਉਹਨਾਂ ਨੇ ਪਾਪਾ ਜੀ ਨੂੰ ਕਿਹਾ, ਪਾਪਾ ਜੀ ਇਹ ਕੀ ਕਰ ਰਹੇ ਹੋ? ਤੁਸੀਂ ਅੱਗ ਤੇ ਲੱਕੜ ਤੇ ਘਿਓ ਨੂੰ ਇਕੱਠਾ ਪਾ ਰਹੇ ਹੋ, ਤੁਸੀਂ ਭਾਂਬੜ ਪਾ ਦਿਓਗੇ, ਇਹ ਰੱਬ ਦਾ ਵਾਸਤਾ ਨਾ ਕਰੋ, ਇਹੋ ਜਿਹੀ ਗੱਲਾਂ. But Dad, as people who have met him knows, when he comes to a decision, he follows through. He went to his dad, my grandfather. His name, many of you probably never heard of him, but he was a very beautiful soul. His name was Major Jagat Singh Ji. He told him, Ardas kar bachche, Rab pali karega, agge wad. Don't worry about it. And so that's what he did. He moved forward, and rest is history. We had a beautiful camp in 1972. That's when the first IGS camp happened, for a co-ed camp. And today, आज दुनिया भर च कैंप लगते हैं. कोई नहीं पूछता जी co-ed कैंप है या क्यों इतने कुड़ियाँ क्यों आ रही हैं, की हो रहा है. एक बार वो बैरियर टूट गए, एक बार वो रास्ते खुल गए. Today history has been formed, and everybody follows the path. Next was Kirtan. In the 70s, when IGS came into being, there was no organization that was where you can find Sikh Pehna doing Kirtan. ज़्यादा ज़्यादा उन्होंने इस्त्री सत्संग पे मौका मिलता सी कीर्तन करन दा, but there was no recognized jatha where their women were leading. Papa decided कि IGS ਦਾ जिन्ने भी कीर्तन जत्थे आएंगे, they will all be led by women. 65 years later, that thing is still true. आज भी IGS the Kirtan leading जत्थे सारे are led by women. Next came, then next he realized our youth needs a voice. आज तो social media है ना सारे को, चाट चुका, फोटो खींची, सब कुछ टट फटाफट, YouTube, Facebook, everything in the world we got. In those times, it was all print. So Papaji gave a voice to the youth by starting a monthly magazine by the name of The Sikh Portrait, in which the youth would write articles. Famous people of those times would write the articles, and it started in the mid-70s all the way to 80s. And then we also had a lot of publications where gutkas were printed, books were printed, and again to support the camps and other movement. Other regular activities of the IGS at that time were picnics, fairs, musical events, kirtan programs, and seva movements. Then 1979 happened, and IGS moved international. We started going overseas. Nepal, Thailand, Malaysia, Australia came way later, England, Canada. And so the IGS, or Institute of Gurmat Studies, became International Institute of Gurmat Studies at that point. And then 1984 happened. A sad, sad day in the history of Sikhs. Even IGS offices in Lajpat Nagar were destroyed. But that never discouraged us. The entire IGS team that was in India kept helping jo riot victims sige, by taking care of their things, getting them things, getting donations, helping them out. But at the same time, the senior leadership also decided that Papaji and a select few will relocate to US. So the camping movement and other activities of IGS can continue.
Hence, in 1985, I just relocated to California. I made California the headquarter. And since then, a whole different history has been written. I'll go through a list of things, of all the activities that IGS has been involved ever since, instead of trying to, if I start talking about each, it will take forever. I'll give you a quick list. Youth groups, youth camps, Darbar Khalsa, mothers, families, even Sindhi mothers camps. Why Sindhi mother camps? I'll pause there for a second. Sindhi जो कम्युनिटी है ਉਹ ਇੰਨਾ ਪਿਆਰ ਕਰਦੀ ਹੈ ਗੁਰੂ ਸਾਹਿਬ ਨੂੰ, ਇੰਨਾ ਪਿਆਰ ਕਰਦੀ ਹੈ ਕਿਉਂਕਿ ਬਿਆਨ ਨਹੀਂ ਕੀਤਾ ਜਾ ਸਕਦਾ। ਦੇ ਆਰ ਵੈਰੀ ਵੈਰੀ ਮਚ ਇਨ ਲਵ ਵਿਦ ਗੁਰੂ। ਉਹਨਾਂ ਦੇ ਘਰ ਬਾਬਾ ਜੀ ਦਾ ਹਿੰਦੀ ਵਿੱਚ ਜਾਂ ਸਿੰਧੀ 'ਚ ਪ੍ਰਕਾਸ਼ ਹੁੰਦਾ ਤੇ for some reason they only believe supposedly in Sri Guru Nanak Dev Ji though. So Papa Ji, and fortunately unfortunately, our pracharaks don't take the extra effort of explaining कि ये दसों जोत एक ने. But Papa Ji took that upon himself, and through monthly programs with the Sindhi families, he started talking to them. He started explaining to them what the Aarti is, why and how the progression happened over the times, 239 years, is ki hoya. And you'll be happy to hear at the end of 6 months period, Sindhi Pehnawa are doing Dasam Paatshah's Bani. And that's when it was decided that we will do a camp for the Sindhi mothers. So what it also tells us is agar asi apni energy nu sahi tarike na focus kariye, instead of trying to break each other or hurting each other, if we come together as a family, as a Sikh family, as a community, we can achieve so much more. Then IGS also was regularly involved in Punjabi schools. We started Jurassic 84, which I see. I will not go into what the scene was in California or in the US at that time. We'll keep moving because I need to get to other stuff. But we started doing a lot of, we were doing regularly bi-weekly Kirtan Divans, Sikh school, transliteration of Gurbani. We even, IGS even did Thai Gutka in Thai. Then there was an electronic Punjabi Kada, IGS music fonts, Gurbani researcher. Before there was any other Gurbani online tool, it was IGS that came up with Gurbani researcher back in, I think, way early in 1990 or something. We were working all through 1988, 89, and 91, 92 it was released. Then Papaji's vision was he saw the way the things were changing, and he made sure कि जिन्ना असी handwritten manuscripts हैगे उन्हां नूं microfilm कीता जाए. With Guru's grace, more than 50 of them were done that are still with us. And then life came in full circle. Then India camp came in. That's the next thing everybody wants to know. I don't know if you remember late 90s, Punjab was getting sucked into drugs big time. We took a big hit from all the way 80s to 90s through all the operations, and then drugs became the tool as next level of destruction. And with that also came a Christian wave. There was a Christian Institute of Sikh studies in Punjab. Christianity was taking roots in Punjab throughout. Conversions were on the high. And I think it was 97, 98 when Jathedar Sahib of Akal Takht Sahib visited us at IGS house. And Papaji very courteously requested to look into it and gave him a whole file. I will not share what he said in return, but rest assured that in the next 20, 25 years, doesn't seem much has been done to stop that wave. Then we also started getting a lot of calls from our own
old campers who have been in India saying that their kids need some guidance and we need to come back. And even though Papaji's health was, going down, he had a retina detachment on the New Year's of the millennium. He put all those things behind him and he decided, let's time to go to India. And hence 2003 camp happened. अगर तुहानू याद होएगा 2003 ਵਿੱਚ ਇੰਡੀਆ 'ਚ ਕੋਈ ਕੈਂਪ ਨਹੀਂ ਲੱਗਦੇ ਸਨ. People were afraid of the word camp because it was associated with the other things with what was propagated in India before, ki a terrorist camp and that the Pakistan camp and all that junk. Papa ji said, koi gal nahi, we will do it. And ਉਸ ਹਿੰਮਤ ਕਰਕੇ ਉਹ ਕੈਂਪ ਲੱਗਣ ਦੇ ਬਾਅਦ ਅੱਜ ਤੁਸੀਂ ਦੇਖੋ ਹਰ ਸਾਲ ਕਿੰਨੇ 100 ਕੈਂਪ ਇੰਡੀਆ 'ਚ ਲੱਗਦਾ. From no one attending a camp in 2003, not a single kid getting that exposure, to look at last year or this year, hundreds of camps are being organized. So somewhere Guru gave their vision and guidance to IGS, and that lari of camps got started, and with Guru's grace is continuing. So what's the key aim of IGS? If I was to sum up IGS in a couple of sentences, IGS is a need-based organization, and it has evolved anytime there has been a new need, with the sole focus of instilling and promoting the Sikh way of life, especially in the youth, and help them experience it. A Sikh is a complete package who must excel and achieve the highest levels of worldly success while striving for highest spiritual growth. A saint soldier concept simply does not apply to war or protecting land or borders or others. We can take these two words at many levels. Imagine soldier aspect of a Sikh is alertness, and saintliness is the awareness. एक Sikh aware भी है तो alert भी होना चाहिए. We'll use these words often today. People often ask, why do we need residential camps? Day camp kar lo. It will definitely be easy on us. And ना तो हम 3 सितंबर जीत पाजी क्या 3 महीने इंडिया जाके नहीं बैठना पड़ेगा. It will be much easier. However, the purpose of residential camps is to help experience things and not just theoretically talk about it. And building on that relationship with Guru, all the activities in the camps are revolving around one mission: connecting with Vaheguruji and building on that relationship and developing love for Gurbani. Love for Gurbani is the most important thing, as that truly is going to define our life as a Sikh. Memorizing Bani, Nitnem, Santhya, or reading meanings of Sri Guru Granth Sahib, as well as of Sri Dasam Granth Sahib, are very important for a Sikh. Along with that, it's important to bring Gurbani into our lives and live that Gurbani. We must understand that Gurbani is way deep and way past our understanding to ever claim Guru Sahib ki keh sakde ne. I've heard so many so-called professors and intelligentsia challenging the authenticity of Gurbani, or if it's revealed. There's a lot that's been said these days that is an intentional attempt to misguide the majority of Sikh sentiment. But as a Sikh who's alert and aware knows well that for someone to decide on someone's thinking process, one must at least be at the same level or above to draw any conclusions. And rest assured, there is no one out there in our community who's above Guru's knowledge. And people who have the audacity to say something like that always reminds me of a story of blindfolded people who were in a room touching an elephant and drawing conclusions on their limited experience. तो सारी स्टोरी सुनी हुई ना हाथी वाली, जिन्हें बंदे ने अखा दे पट्टी बन के
ਇੱਕ ਕਮਰੇ 'ਚ ਪਾਉਂਦੇ ਨੇ ਤੇ ਉਹਨੂੰ ਇੱਕ ਹਾਥੀ, ਕਿਸੇ ਨੂੰ ਉਹਦੀ ਟੰਗ ਦਿੰਦੇ ਨੇ, ਕਿਸੇ ਨੂੰ ਦੁੰਮ ਦਿੰਦੇ ਨੇ, ਕਿਸੇ ਨੂੰ ਢਿੱਡ, ਕਿਸੇ ਨੂੰ ਸੁੰਡ। ਸੋ ਐਵਰੀਬਡੀ ਡਰਾਸ their own conclusion, ਕਿਉਂਕਿ ਅੱਖਾਂ ਦੇ ਪੱਟੀਆਂ ਨੇ। ਤੇ ਜਦੋਂ ਉਹ ਕੋਈ ਕਹਿੰਦਾ ਜੀ ਉਹ ਸੱਪ ਸੀਗਾ, ਕੋਈ ਕਹਿੰਦਾ ਜੀ ਉਹ ਦੀਵਾਰ ਸੀ, ਖੰਭਾ ਸੀਗਾ, ਕੋਈ ਕਹਿੰਦਾ ਕੁਝ, ਕੋਈ ਕੁਝ। And they are so adamant about their conclusions that they fight with each other. That's what it reminds me. Gurbani is so atha, so vast, so deep, that if Gurbani reveals to us one word, एक अक्षर सिर्फ सानू समझ आए गुरबानी दा, or one line, even partially, ਅਸੀਂ ਆਪਣੀ ਸਾਰੀ ਜ਼ਿੰਦਗੀ ਉਹਦੇ ਉੱਤੇ ਬਿਤਾ ਸਕਦੇ ਹਾਂ। For however, for that to happen, we must be aware and alert. Remember these two words we talked about earlier. मैं ਤੁਹਾਨੂੰ ਇੱਕ ਛੋਟੀ story ਸੁਣਾਨਾ, ਮੇਰੇ ਨਾਲ ਹੱਡ ਬੀਤੀ। When we were in India hosting camps, I asked somebody that I want to get a car for Papa Ji for transportation, and somebody suggested a gaddi by the name of Safari. And I have never heard of it. And I've been in India for a while. And they said, Safari nahi pata tanu? ਇੰਨਾ ਵੱਡਾ ਪਿੱਛੇ ਟਾਇਰ ਤੇ ਲਿਖਿਆ ਹੁੰਦਾ। ਮੈਂ ਕਿਹਾ ਅੱਛਾ ਯਾਰ, okay, I'll keep my eye out for it. And lo and behold, within I think 24 hours I saw a Safari, and then 1 and 2 and 3 and 4, and then all I see is Safaris all around me. ਥੋੜਾ ਜਿਹਾ ਅਵੇਅਰਨੈਸ, ਥੋੜੀ ਜਿਹੀ ਅਲਰਟਨੈਸ ਨਾਲ, ਅਗਰ ਮੈਨੂੰ ਜੋ ਚੀਜ਼ ਅੱਜ ਤੱਕ ਜਿਸ ਤੋਂ ਮੈਂ ਬਲਾਈਂਡਡ ਸੀਗਾ ਸਫਾਰੀ ਤੋਂ, ਉਹ ਮੇਰੇ ਪਰਦਾ ਹਟ ਗਿਆ। ਇਮੈਜਿਨ ਕਰੋ, once we become aware of what's around us. So when Gurbani tells us, kat kat mein harju basa, we read this line million times, but do we let that awareness that Guru Sahib is providing help us look for him in everyone? Answer is rarely, both cut. Someone who will be alert to that awareness will suddenly realize Sab Karta, Sab Bhugta. He is the creator, he is the relisher, ਸਭ ਕੁਝ ਹੁੰਦਾ ਹੀ ਹੈ। ਐਂਡ ਜਦੋਂ ਉਹ ਗੱਲ ਸਮਝ ਆ ਜਾਂਦੀ ਹੈ, ਫਿਰ ਬੰਦਾ ਪਿੱਛੇ ਬਹਿ ਕੇ ਆਰਾਮ ਨਾਲ ਮੂਵੀ ਇੰਜੋਏ ਕਰਦਾ ਹੈ, ਕਿਉਂਕਿ ਹਰ ਜਗ੍ਹਾ ਵਾਹਿਗੁਰੂ ਵਾਹਿਗੁਰੂ ਹੈ। Because when you become detached from the world and watch the movie play of the world and enjoy Vaheguruji's rang and smile, then you go into an ecstasy of tu hi, tu hi, tu hi, tu hi. Then ਤੁਸੀਂ ਗੁਰੂ ਦੇ ਹੀ ਬਣ ਜਾਂਦੇ ਹੋ। If one keeps on doing daily nitnem, Naam Simran, Sahaj Path, Seva, staying alert, Vaheguruji will provide the awareness around which one's entire life can be built, and steadily all doubts will dispel. ਜਿੰਨੇ ਸਾਨੂੰ ਸ਼ੰਕੇ ਹੁੰਦੇ ਨਾ, ਛੋਟੇ ਛੋਟੇ, ਮੀਟ ਖਾਵਾਂ ਨਾ ਖਾਵਾਂ, ਕੀ ਕਰਾਂ, ਪਾਠ ਕਿਹੜਾ ਕਰਾਂ, ਨਾਮ ਸਿਮਰਨ ਲਈ ਸਵੇਰੇ ਉੱਠਣਾ ਜ਼ਰੂਰੀ ਹੈ। ਜਦੋਂ ਇਹ ਗੱਲਾਂ, ਜਦੋਂ ਸਾਡਾ ਪਿਆਰ ਪੈਂਦਾ, ਉਹ ਆਪੇ ਹੀ ਚਲੇ ਜਾਂਦੇ ਨੇ। All our doubts are dispelled. All question marks suddenly become exclamation points. And whenever you look around, all you say is, wow, wow, wow. And then suddenly, wah, wah, ka vada tamasa. ਸਾਰੀ ਉਹਦੀ ਖੇਡੀ ਬਣ ਜਾਂਦੀ ਹੈ। ਆਪਾਂ ਇਹ ਟੈਸਟ ਕਰ ਸਕਦੇ ਹਾਂ ਆਪਣੇ ਨਾਲ, ਆਉਂਦੇ ਜਾਂਦੇ ਆਪਣੇ ਆਪ ਨੂੰ ਅਸੀਂ ਦੇਖ ਸਕਦੇ ਹਾਂ ਕਿ ਅਸੀਂ ਅਵੇਅਰ ਤੇ ਅਲਰਟ ਹੈਗੇ ਨਹੀਂ ਹੈਗੇ। Very simple. When we go to Gurdwara Sahib and take a matha, can you recall the shabad that Paisa was singing at the time of your matha take? Or were we too lost in the things we were thinking in our mind? Or when we do ardas, do we pay attention to the Guru Sahib's names rolling out of on our tongue? ਔਰ ਸਾਡੀ ਅਰਦਾਸ ਉੱਥੋਂ ਸ਼ੁਰੂ ਹੁੰਦੀ, ਜਦੋਂ ਸਾਡੀ ਡਿਮਾਂਡ ਸ਼ੁਰੂ ਹੁੰਦੀ, ਉਦੋਂ ਸਾਡਾ ਧਿਆਨ ਆਉਂਦਾ। ਮੈਨੂੰ ਪਾਪਾ ਜੀ ਯਾਦ ਆਉਂਦੀ ਹੈ ਇੱਕ ਵਾਰੀ ਗੱਲ। He started doing the ardas again.
After doing the first till the 10th Podi, 10th Guru Sahib, he stopped and he started again. And after Ardas, I asked him, he said, I lost my focus. I was not alert. अगर मैं गुरु साहिब ਨੂੰ ਪੁਕਾਰ ਰਿਹਾ ਉਹਨੂੰ ਯਾਦ ਕਰ ਰਿਹਾ ਤੇ ਮੈਂ ਖੁਦ ਹੀ ਨਹੀਂ ਉੱਥੇ present. I'm not alert, I'm not aware, I'm doing something wrong. ਇਹੋ ਜਿਹੇ ਬਹੁਤ example ਲੈ ਸਕਦੇ ਹਾਂ. When you talk, do you praise someone on their face and trash them on their back? Do we tell our kids to not use foul language, or we can't finish a sentence without one? Gurbani tells us, Mit bolada ji, har sajjan swami mora, and for me to meet him, I must try and become like him. But here I am doing exactly the opposite. So, have I become a sakat in my own life? Remember Gurbani, sakat sang na kijiye, dur jaiye paag. Have I become my own hurdle in my journey home to Vaiguruji? In my business dealings, same thing we can apply to every aspect of life. When it comes to IGS camp, this is the value system we want to grind in everyone participating, including ourselves, without just saying, but doing it through our actions. We are always alert that we have the same sleeping arrangements as the campers. Of course, guests and elderly are treated differently. If we are asking campers to get up at 6 a.m. and shower before coming to Babaji's room, we make sure we have done the same and wake up before them. We eat the same food that they do, so they don't go home and think there were 2 levels of treatment. Majority of us sleep. Majority of the team sleeps in the same dorms as the campers, not just to monitor, but also to let everyone know we are all here to learn and no one is above anyone. I'm sharing this because that alertness and awareness is the key in our growth as a Sikh. Now, before we talk about Jeevan Sathi, let's talk about what a journal wedding looks like. Tell me if this is correct observation. There is a great effort going into making pre-wedding videos, pulling movie actor, actresses poses and dances, color coordinated clothing, vacation trips planned, 5 to 7 wedding events, food spread so varied that one wonders what to eat. 500 to 600 banda invited. Decorations will be out of this world. Chandeliers, lighting, and fireworks, matching linen. Don't forget the liquor. ਉਹਦੇ ਬਿਨਾਂ ਤਾਂ ਤੁਹਾਡੀ ਗੱਲ ਬਣਦੀ ਨਹੀਂ. How about a car in dowry and lakhs of rupees? Average marriage runs into 50 to 70 lakhs. But when it comes to fere time, hardly 10 to 15 people in Babaji's room. And that too with a special instruction to Pai Sahib, do it everything quickly because the Bharat reached the site 4 to 8 hours late. ਇਹ ਹੁੰਦਾ ਹੈ ਨਾ, ਇਹੀ ਸੱਚਾਈ ਹੈ ਨਾ ਅੱਜ ਸਾਡੀ. ਜੀਵਨ ਸਾਥੀ ਜਿਸ ਦੇ ਨਾਲ ਅਸੀਂ ਸਾਰੀ ਉਮਰ ਬਿਤਾਨੀ ਹੈ, ਜਿਹਨੇ ਸਾਨੂੰ ਸਾਰੀ ਉਮਰ ਬਰਦਾਸ਼ਤ ਕਰਨਾ ਹੈ, ਕਾਮਨ ਸੈਂਸ ਟੈਲਸ ਮੀ ਉਹਨੂੰ ਅਸੀਂ ਬਹੁਤ ਪਿਆਰ ਨਾਲ ਕਲੇਜੇ ਦੇ ਨਾਲ ਲਗਾ ਕੇ ਰੱਖੀਏ. ਉਹਦੀ ਖੁਸ਼ੀ, ਉਹਦੀ ਮੁਸਕਰਾਹਟ, ਉਹਦੇ ਖੁਆਬ ਮੇਰੀ ਜ਼ਿੰਦਗੀ ਦਾ ਲਕਸ਼ ਹੋਣ. After all,
ਉਹ ਵਾਹਿਗੁਰੂ ਦਾ ਬਹੁਤ ਪਿਆਰਾ ਰੂਪ ਹੈ ਜਿਹਨੂੰ ਵਾਹਿਗੁਰੂ ਨੇ ਮੇਰੀ ਜ਼ਿੰਦਗੀ ਵਿੱਚ ਭੇਜਿਆ ਹੈ। ਰਿਮੈਂਬਰ, ਸਭ ਕਰਤਾ ਸਭ ਭੁਗਤਾ। Imagine karo, his her smile is Vaheguruji's smile, and every time that smile disappears, Vaheguruji's smile disappears from our lives. बड़ी अजीब जी गल लगती है ਇਹ सोच के कि मैं जीवन साथी सिलेक्ट करने ਲਈ ट्रेडिंग करदा करदी हाँ। जो सब तो ज़्यादा मैनू डाउरी देगा या देगी, या सब तो वड्डा डायमंड वाली रिंग देगा, या मैनू दुनिया घुमाएगा। दिस इज हैपनिंग, राइट? वी डूइंग दिस एवरी डे। बड़ी अजीब जी गल लगती है कि जब मैं अपना जीवन साथी लभ रहा तो मैं अपने परिवार दे साथी, जीवन साथी दे परिवार दे करोड़ों रुपए खराब कर रहा कि उत्ते फालतू दे फंक्शन करके, महंगे तो महंगे वैडिंग कार्ड्स बना के, दारू के बिना तो साड़ी गल बनती नहीं, राइट? बड़ा अजीब जा लगता है। सब तो जरूरी फंक्शन गुरु साहिब, गुरु महाराज की बख्शिश, उत्थे जाके असीं जल्दी जल्दी करते हैं, करो दा शोर पाते हाँ, तो उत्थे सारे दारूबाज, खाओ पियो लोग, कोई पुछदा नहीं। अगर पुछते ने तो माँ प्यो अते कुछ मित्र। यह सच्चाई है। दिस हैपन्स, राइट? सो वाई डू वी इनवाइट एवरीवन? And then we wonder what happened to our wedding. छेती छेती च awareness and alertness नहीं आंदी, सहज विच आंदी है। If I go to my guru to seek his blessings, we go in humility and not in rush. ਜਦੋਂ ਅਸੀਂ ਵਿਆਹ ਲਈ ਜਾ ਰਹੇ ਹਾਂ, ਅਸੀਂ ਉਹਨਾਂ ਥਾਪੜਾ ਲੈਣ ਲਈ ਜਾ ਰਹੇ ਹਾਂ, ਉਹਨਾਂ ਦੀ ਬਖਸ਼ਿਸ਼ ਲੈਣ ਲਈ ਜਾ ਰਹੇ ਹਾਂ, ਉਹਨਾਂ ਦੇ सब कुछ उन्होंने को लैन ली जा रहे हैं। एक मंगता बन के जा रहे हैं कि साढ़े झोली विच अपना नाम सिमरन, अपना प्यार, अपनी बख्शिश पा गुरु, पर असीं वो करते ही नहीं। साड़ा ध्यान ही नहीं है उत्थे गुरबानी च, ना गुरु की बख्शिश, ना लावां विच, सिर्फ एक फॉर्मैलिटी करो तो चलो। एंड देन वी वंडर व्हाट हैपन टू द वेडिंग। कित्थे गया वो कॉन्सेप्ट ऑफ एक जोत? Now, I'm not trying to paint a sad picture of marriage. Marriage is a very amazing and beautiful journey. बहुत amazing है, as long as we wrap it with a blanket of love, warmth, care, giving. साडा की होंदा, साडी जो सोच है, wedding makes us do a lot of unlearning in our lives. If we look at our lives from the day we are born and how our parents raise us, सिर्फ सानू मंगन दी आदत है। मेरे लिए की है रे, what do I gain out of it? मैनू ए मिलेगा, तू पाठ करेगा तो तेन मकार देंगा, तेन ए करेगा तो ए मिलेगा, पढ़ाई कर लेगा तो ए मिलेगा सानू। एंड व्हेन वी गेट मैरिड और गेट रेडी टू गेट मैरिड, all we are our learning teaches us कि असी मंगीए उतों भी, ए मेरे लिए की लैके आएगी, मैनू रोटियां बना के खवाएगी, मेरा ख्याल करेगी, वो सोचते मैनू 5 कैरेट का रिंग देगा, मैनू दुनिया घुमाएगा। But we do not bring to the wedding what really is required: self-submission. कि मैं की टेबल ते लेके आ रहे हैं, how will I make sure my beloved is happy, कि उन्होंने कभी उदास ना होए, कि मेरे करके खास कर कि ओदी खुशी वो खिले। अगर वो वाहिगुरू का रूप है, अगर सब भुगता सब करता वही वाहिगुरू का रूप है मेरे लिए, तो ओदी खुशी विच मेरी खुशी होए। मैं उन्हें सफोकेट कर रहा कि उनमें ग्रो करा रहा।
That's a lot of unlearning to do, right? From what we have grown up. We are grown up learning to demand. ਮਾਂ ਪਿਓ ਨੂੰ ਕਦੀ ਗੁੱਸਾ ਕਰ, ਕਦੀ ਲੜ, ਕਦੀ ਟੈਂਟਰਮ ਥਰੋ ਕਰਕੇ ਮੰਗ ਕੇ ਸਾਡੇ ਲਈ ਮਾਂ ਪਿਓ ਇੱਕ ਸਿਰਫ ਬੈਂਕ ਦੇ ਚੈੱਕ ਬੁੱਕ ਹੈ ਜੋ ਸਭ ਦਿੰਦਾ ਰਹੇ। ਇਹੀ ਸਾਡੀ ਗਰੋਥ ਆਉਂਦੀ ਹੈ ਗੁਰੂ ਵੱਲ ਜਾ ਕੇ। ਅਸੀਂ ਗੁਰੂ ਕੋਲ ਸਿਰਫ ਮੰਗਣ ਜਾਂਦੇ ਹਾਂ। We never spend time asking Guru, hey Guru, ਸੱਚੇ ਪਾਤਸ਼ਾਹ ਤੁਹਾਡਾ ਕੀ ਹਾਲ ਹੈ? Are you happy with me? Am I doing the right thing in my life? Can you please guide me in a proper direction? What will make me a better Sikh? We don't. Because all we do is ask. And jadki relationship pyar da, pyar means surrender. And that's what marriage is, surrender, which we are not doing. Hence, we face a lot of issues. If we do the right things, show a lot of gratitude. Have you ever said thank you to our wife after she serves us a meal? Do we expect the meal to be served to us on a table? Do we go help ourselves from the kitchen and get it ourselves? Choti choti ਗੱਲਾਂ ਨੇ, but this is what defines us. These are the petals of a rose that makes our life beautiful, that completes us. However, marriage can be a huge challenge, no doubt. There are a lot of landmines. Our oversensitivity, as I already mentioned, our ego, our control, taking our partner for granted, jealousy, anger, abuse, physical, mental, impatience. That's very common with us. The longer we are married, more impatient we get with each other. And disrespect. These landmines will destroy the marriage and shred it to pieces. My humble suggestion to people who are looking to get married is please don't get married with the expectations of changing the person you love or you're going to marry, but loving them for who they are. Because I can assure you they will not change. Obviously, they will change. Everyone goes through a change in their lives every 7 years. I'm sure you must have heard of 7-year itch. Most of the divorces happen every 7 years or 8 years time frame because human growth or transformation comes every 7 to 8 years. But it's not necessary all of us will change at the same time and the direction of change will be the same. So we need to accept our partner for who they are and love them for it. We have to be very clear in what we ask for in our Jeevan Sathi. I can see Brijpal Vijay is here, and I have the auntie's most jokingly said comment also many times. मैं तो गुरसिख मंगया सी पर ऐना भी गुरसिख नहीं मंगया सी. And it always puts a big smile on our face. That's the right approach. Ask for Guru's blessings. Ask for Guru's bacha. And then be open to and be grateful for the gift we receive. I haven't even seen the watch. 7 o'clock. So I think I'm getting to my time. I want to respect the time and leave things for questions. So I hope whatever little jo Guru ne mat diti shared, I hope it makes sense. But I'll conclude with on the marriage part with this. Okay, marriage is a lot of grind, but it's one of the most beautiful things. Just like a journey home to Vaheguru. It's a lot of grind, a lot of effort, a lot of focus, a lot of alertness, a lot of awareness. जिस तरह उस जिंदगी के पैथ ते अगर ਅਸੀਂ ਆਪਣੀ
ਵਿਵਾਹਿਤ ਜ਼ਿੰਦਗੀ ਦੇ ਵਿੱਚ ਅਵੇਅਰ ਤੇ ਅਲਰਟ ਰਹਾਂਗੇ, ਸਾਨੂੰ ਉਹ ਜਰਨੀ ਸਾਨੂੰ ਗੁਰੂ ਦੇ ਰਸਤੇ 'ਚ ਬਹੁਤ ਹੈਲਪ ਕਰੇਗੀ। And that is the key to any happy marriage, as far as what I think. And I could be wrong, and we're talking general. Thank you. That's Inderjit Paji, all yours. Waheguru Ji Ka Khalsa, Waheguru Ji Ki Fateh. Bol chuk maafi. ਬਹੁਤ ਬਹੁਤ ਧੰਨਵਾਦ ਵੀਰ ਜੀ। ਆਪ ਜੀ ਨੂੰ ਸੁਣਨਾ ਤੇ ਹਮੇਸ਼ਾ ਹੀ ਇੱਕ ਪਲੀਜ਼ਿੰਗ ਐਕਸਪੀਰੀਅੰਸ ਹੈ। ਤੇ ਜਿਵੇਂ ਕਿ ਵੀਰ ਜੀ ਨੇ ਸ਼ੇਅਰ ਕੀਤਾ ਵੇ ਤੇ ਦੱਸਿਆ ਆਪਣੇ ਕੈਂਪ ਬਾਰੇ, ਅਸੀਂ ਵੀ ਦਿੱਲੀ ਵਿੱਚ ਅੰਮ੍ਰਿਤਸਰ ਵਿਖੇ ਡੇਰਾ ਬਾਬਾ ਕਰਮ ਸਿੰਘ ਗੁਰਦੁਆਰਾ ਵਿਖੇ 2003 ਤੋਂ ਗੁਰਮਤਿ ਕੈਂਪ ਲਗਾ ਰਹੇ ਹਾਂ। ਔਰ ਸਾਡੇ ਵੀ ਗੁਰਮਤਿ ਕੈਂਪ ਦੀ ਸਭ ਤੋਂ ਅੱਛੀ ਖੂਬਸੂਰਤੀ ਇਹੀ ਹੈ ਕਿ ਸਾਡੇ ਵਿੱਚ ਕੋਈ ਮਾਇਆ ਲੀਡਰਸ਼ਿਪ ਇਸ ਤਰ੍ਹਾਂ ਕੁਝ ਨਹੀਂ ਹੈ। ਤੇ ਜੋ ਜਿਸ ਤਰ੍ਹਾਂ ਕੋਈ ਆਪਣਾ ਵਿਚਾਰ ਰੱਖਦਾ ਹੈ ਉਹਦਾ ਪੂਰਾ ਰਿਸਪੈਕਟ ਦਿੰਦੇ ਹੋਏ ਉਹਦੇ ਵਿਚਾਰ ਨੂੰ, ਜੇ ਠੀਕ ਹੈ ਗਲਤ ਹੈ ਉਹ ਐਕਸੈਪਟ ਕਰਨਾ। ਉਹ ਵੀ ਮੈਂ ਤੇ ਕਿ ਜਿੰਨੇ ਗੁਰਮਤਿ ਕੈਂਪ ਲੱਗ ਰਹੇ ਨੇ ਆਲ ਓਵਰ ਇੰਡੀਆ ਦੇ ਅੰਦਰ, ਉਹ ਸਭ ਨੂੰ ਜਿੱਥੇ ਜਦੋਂ ਵੀ IIGS ਕੈਂਪ ਲੱਗਦਾ ਹੈ ਤੇ ਇੱਕ ਦਿਨ ਵਾਸਤੇ ਵੀਰ ਜੀ ਕੋਲੋਂ ਉਹਨਾਂ ਕੋਲੋਂ ਇੱਕ ਰਿਕੁਐਸਟ ਕਰਕੇ ਸਾਨੂੰ ਜ਼ਰੂਰ ਸਾਰਿਆਂ ਨੂੰ ਇੱਕ ਦਿਨ IIGS ਕੈਂਪ ਹੀ ਲਗਾ ਕੇ ਆਉਣਾ ਚਾਹੀਦਾ, ਦੇਖਣਾ ਚਾਹੀਦਾ ਕਿ ਉਹ ਕੈਂਪ ਕਿਸ ਤਰ੍ਹਾਂ ਲੱਗ ਰਿਹਾ, ਤਾਂ ਕਿ ਅਸੀਂ ਵੀ ਆਪਣੇ ਕੈਂਪਸ ਦੇ ਅੰਦਰ ਉਹਨਾਂ ਕੋਲੋਂ ਸੇਧ ਲੈ ਕੇ ਤੇ ਜਿਹੜਾ ਵੀ ਸਾਨੂੰ ਅਸੀਂ ਪ੍ਰੈਕਟੀਕਲੀ ਆਪਣੇ, ਕਿਉਂਕਿ ਇਹਨਾਂ ਦਾ ਤੇ ਉੱਥੇ ਕਾਫੀ ਦਿਨ ਦਾ ਹੁੰਦਾ, ਪਰ ਸਾਡਾ ਤੇ ਇਹ ਜਿੱਦਾਂ ਦਿੱਲੀ ਦੇ ਅੰਦਰ ਜਾਂ ਹੋਰ ਇੰਡੀਆ ਦੇ ਅੰਦਰ ਘੱਟ ਦਿਨਾਂ ਦਾ ਹੁੰਦਾ, ਅਸੀਂ ਉਹਦੇ ਅਕੋਰਡਿੰਗਲੀ ਆਪਣੇ ਇਹਨਾਂ ਕੋਲੋਂ ਸੇਧ ਲੈ ਕੇ ਗਾਈਡੈਂਸ ਲੈ ਕੇ ਅਸੀਂ ਆਪਣੇ ਕੈਂਪ ਦੇ ਅੰਦਰ ਉਹ ਸਾਰੀਆਂ ਚੀਜ਼ਾਂ ਅਪਲਾਈ ਕਰ ਸਕਨੇ ਆ, ਜਿਹਦੇ ਨਾਲ ਅਸੀਂ ਵੀ ਆਪਣੇ ਬੱਚਿਆਂ ਨੂੰ ਪਿਆਰ ਵੰਡ ਸਕੀਏ ਤੇ ਗੁਰਮਤਿ ਦੀ ਰਾਹ ਤੇ ਲੈ ਕੇ ਆ ਸਕੀਏ। ਜਿੱਦਾਂ ਵੀਰ ਜੀ ਨੇ ਦੱਸਿਆ, ਜੇ ਅਸੀਂ ਗੁਰਮਤਿ ਵਿੱਚ ਵੀ ਰਹਿਤ ਮਰਿਆਦਾ ਅੰਦਰ ਵੀ ਲਾਵਾ ਦੀ ਗੱਲ ਹੈ, ਤੇ ਸਭ ਤੋਂ ਪਹਿਲੀ ਗੱਲ ਜਿਹੜੀ ਹੈ ਉਹ ਗ੍ਰਸਤ ਮਾਰਗ ਨੂੰ ਅਪਣਾ ਕੇ ਧਰਮ ਦੀ ਕਾਰ ਕਰਨੀ, ਪਾਪਾਂ ਜਾਂ ਮੰਦੇ ਕਰਮਾਂ ਕਰਕੇ ਮਲੀਨ ਹੋਈ ਹਿਰਦੇ ਦੀ ਮੈਲ ਨੂੰ ਹਰੀ ਦੇ ਨਾਮ ਸਿਮਰਨ ਨਾਲ ਧੋਣਾ, ਫਿਰ ਸਤਿਗੁਰੂ ਜੀ ਦੀ ਚਰਨ ਸ਼ਰਨ ਜਾ ਕੇ ਮਹਾਰਾਜ ਦਾ ਜਿਹੜਾ ਨਿਰਮਲ ਭੋ ਹੈ ਪਿਆਰ, ਉਹਦੇ ਵਿੱਚ ਸਾਰੇ ਭਏ ਕੱਢਣੇ, ਪਰਮੇਸ਼ਰ ਨੂੰ ਮਿਲਣ ਦਾ ਚਾਅ ਰੱਖਣਾ, ਫਿਰ ਸਹਿਜ ਅਵਸਥਾ ਵਿੱਚ ਮਾਨ ਅਪਮਾਨ ਦੁੱਖ ਸੁੱਖ ਸਹਿੰਦੇ ਹੋਏ ਇਹ ਜ਼ਿੰਦਗੀ ਨੂੰ ਜੀਣਾ, ਇਹ ਮੇਰੇ ਖਿਆਲ ਨਾਲ ਸਭ ਤੋਂ ਵੱਡੀ ਇੱਕ ਚੈਲੰਜ ਕਹਿ ਲਓ ਜਾਂ ਜਰਨੀ ਕਹਿ ਲਓ। ਮੈਂ ਸਾਰੇ ਦਰਸ਼ਕਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਕੁਐਸਚਨ ਭੇਜਣ, ਤੇ ਸਾਡੇ ਕੋਲੋਂ ਇੱਕ ਪ੍ਰਸ਼ਨ ਹਾਲੇ ਆਇਆ ਵੀਰ ਜੀ, ਉਹ ਹੈਗਾ ਇਹਦੇ ਵਿੱਚ ਜਿੱਦਾਂ ਇੱਕ ਪਾਰਟਨਰ ਹੈ, ਇੱਕ ਮੈਰਿਡ ਬੰਦਾ ਹੈ ਜਿਹਦਾ ਕੁਐਸਚਨ ਹੈ, ਉਹ ਕਹਿ ਰਿਹਾ ਕਿ ਅਗਰ ਮੇਰਾ ਲਾਈਫ ਪਾਰਟਨਰ ਮੇਰੇ ਪੇਰੈਂਟਸ ਦੀ ਰਿਸਪੈਕਟ ਨਾ ਕਰੇ ਤੇ ਮੈਨੂੰ ਕੀ ਕਰਨਾ ਚਾਹੀਦਾ? I'm not a counselor, and so my stance cannot be, I can't give you any legal advice or counseling per se from that angle. But what I can say is, ਜੋ ਗੱਲ ਪਿਆਰ ਦੇ ਨਾਲ ਆਪਣੀ ਜ਼ਿੰਦਗੀ ਵਿੱਚ ਜੋ ਸਭ ਤੋਂ ਪਿਆਰੀ ਲਾਈਨ ਜੋ ਮੈਨੂੰ ਲੱਗਦੀ ਹੈ ਕਿ ਮੈਂ ਜੋ ਮੈਨੂੰ ਲੱਗਦਾ ਆਪਣੀ ਜ਼ਿੰਦਗੀ 'ਚ ਕਦੀ ਆਪਣਾ ਰੰਗ ਨਾ ਖੋਈਏ। ਅਗਰ ਜੋ ਮੈਨੂੰ ਗੁਰੂ ਨੇ ਮਿਠਾਸ ਦਿੱਤੀ ਹੈ, ਜੋ ਮੈਨੂੰ ਬਣਾਇਆ ਹੈ, ਉਹ ਨਾ ਜਾਏ, ਤੇ ਜੋ ਗੁਰੂ ਮੇਰੇ ਰਸਤੇ 'ਚ ਪਾਉਂਦਾ ਹੈ ਉਹ ਚੈਲੰਜ ਮੇਰੀ ਗਰੋਥ ਲਈ ਹੈ। ਉਹਨੂੰ ਕਿਵੇਂ ਮੈਂ ਪਿਆਰ ਨਾਲ ਹੈਂਡਲ ਕਰਨਾ ਹੈ, ਉਹ ਮੇਰਾ ਟੈਸਟ ਹੈ ਜ਼ਿੰਦਗੀ ਦਾ। ਇਟਸ ਵੈਰੀ ਈਜ਼ੀ ਟੂ ਪੁਆਇੰਟ ਫਿੰਗਰਸ ਕਿ ਮੇਰੀ ਵੋਟੀ ਇਹ ਕਰਦੀ ਹੈ ਜਾਂ ਮੇਰਾ ਘਰ ਵਾਲਾ ਇਹ ਕਰਦਾ ਹੈ, but when you look at the bigger picture you will see ਕਿ ਜਦੋਂ ਇੱਕ ਫਿੰਗਰ ਦੂਜੇ ਵਾਸਤੇ ਜਾਂਦੀ ਹੈ, 3-4 ਆਪਣੇ ਵੱਲ ਵੀ ਆਉਂਦੀਆਂ ਨੇ। So it has to be resolved ਪਿਆਰ ਨਾਲ। It has to be, as I said, put your personal egos out. What makes your wife happy? Why don't we address that? ਅਗਰ ਮੇਰੀ ਜ਼ਿੰਦਗੀ ਦਾ ਜੀਵਨ ਸਾਥੀ ਮੈਂ ਚੁਣਿਆ, if we would have
done that some legwork ahead of time, अगर मैं alertness and awareness लगा के जो मैं relationship ਵਿੱਚ ਗਿਆ या गई, अगर मैं उदों ਇਹ certain boxes tick mark कर दे कि ਮੇਰੇ ਜੋ ਜੀਵਨ ਸਾਥੀ ਦਾ ਪਾਰਟਨਰ ਉਹਦਾ ਕੀ ਹੈਗੀ expectations and ਮੇਰੀ ਕੀ expectations ਹੈਗੀਆਂ, we would answer a lot of questions. And then how we live every step of the way through it, a lot of the burden comes on us कि मेरा की behavior है. I can assure you many a time what we see as a feedback is what ਜਿਸ ਤਰ੍ਹਾਂ ਖੂਹ 'ਚ ਨਹੀਂ ਜਾਂਦਾ, ਖੂਹ ਵਿੱਚ ਇੱਕ ਆਵਾਜ਼ ਜਾਂਦੀ ਹੈ, ਗੂੰਜਦੀ ਹੈ, ਵਾਪਸ ਆਉਂਦੀ ਹੈ. Relationships are like that. Most of the weddings or marriages go through this. You can, my notes लिखा भी ਸੀ, but I didn't want to get into it because I got to my time. कि ਇੰਨੇ ਚਾਅ ਨਾਲ ਅਸੀਂ ਵਿਆਹ ਕਰਦੇ ਹਾਂ, ਇੰਨੇ ਖਰਚੇ ਕਰਦੇ ਹਾਂ, ਸਭ ਕੁਝ ਕਰਦੇ ਹਾਂ, ਪਰ ਥੋੜੇ ਟਾਈਮ ਬਾਅਦ ਹੀ ਅਸੀਂ ਦੂਸਰੇ ਦੇ ਪਰਿਵਾਰ ਨੂੰ, ਆਪਣੇ ਸਪਾਊਸ ਦੇ ਪਰਿਵਾਰ ਨੂੰ ਪੁੱਠਾ ਸਿੱਧਾ ਕਹਿੰਦੇ ਆ, ਗਲਤ ਕਹਿੰਦੇ ਆ, ਉਹਦੇ ਉੱਤੇ ਲੜਾਈ ਕਰਦੇ ਆ, ਮਾਂ ਪਿਓ ਦੀ ਇੱਜ਼ਤ ਮਾਣ ਨਹੀਂ ਹੈ. Same thing applies here. So somewhere that connect जो ਤਾਰ ਹੈ ਉਹ ਖਰਾਬ ਹੈ, ਹੋ ਗਈ ਹੈ. ਉਹਨੂੰ ਵਾਪਸ ਪਿਆਰ ਨਾਲ ਜੋੜਨਾ, ਆਪਸ ਵਿੱਚ ਬਹਿ ਕੇ ਉਹਨੂੰ ਕਰਨਾ, ਵਾਹਿਗੁਰੂ ਜੀ will help. ਤੁਹਾਡਾ ਤੁਸੀਂ muted ਹੋ ਵੀਰ ਜੀ, I can't hear you. ਇੰਦਰਜੀਤ ਭਾਜੀ, you are muted. ਓਕੇ, ਸੌਰੀ ਜੇ ਵੀਰ ਜੀ ਆਪ ਜੀ ਦਾ ਕੁਝ ਜੇ ਤੁਸੀਂ ਸ਼ੇਅਰ ਕਰਨਾ ਰਹਿ ਗਿਆ ਨਾ ਤਾਂ ਅਸੀਂ ਤੁਹਾਨੂੰ ਰਿਕੁਐਸਟ ਕਰਦੇ ਪਲੀਜ਼ ਸ਼ੇਅਰ ਕਰੋ ਤੁਸੀਂ, ਜੇ ਤੁਸੀਂ ਥੋੜਾ ਹੋਰ ਜੇ ਉਸ ਟੌਪਿਕ ਤੇ ਜਿੱਦਾਂ ਜਿਹੜੀ ਦੋ ਸ਼ਰੀਰ ਔਰ ਇੱਕ ਜੋਤ ਦੀ ਗੱਲ ਹੈ, ਉਹਦੇ ਤੇ ਜੇ ਥੋੜਾ ਜਿਹਾ ਤੁਸੀਂ ਹੋਰ ਚਾਨਣ ਪਾਓ ਬਈ ਦੋ ਮੂਰਤ ਇੱਕ ਜੋਤ ਵਿੱਚ ਕਿਸ ਤਰ੍ਹਾਂ ਹੋ ਸਕਦੀ ਹੈ, ਇਹਦੇ ਤੇ ਜੇ ਤੁਸੀਂ ਥੋੜਾ ਜਿਹਾ ਹੋਰ ਚਾਨਣ ਪਾਓ ਕਿਰਪਾ ਹੋਏਗੀ. So mainly what I think, ਜੋ ਮੈਨੂੰ ਸਮਝ ਆਉਂਦੀ ਹੈ, I think as a Sikh we should be very careful at the very beginning of the whole relationship. जब मैं विवाह करना है, I should have some, remember I mentioned learning and unlearning. What we think of today, आज साडा की है, हर मुंडा आलिया भट्ट ते दीपिका पाडुकोन मंगदा है, ते हर कुड़ी शाहरुख खान ते रणबीर सिंह ते रणवीर सिंह मंगदे. Is that the approach to a Sikh's way of life? What is the right way of approach? What am I looking in my life? मेरी जर्नी की है, मैं कित्थे जाना है? So what should be our prayer to our guru when we are planning to get married? जिस तरह मैं ब्रिजपाल विजय एग्जाम्पल देता, his wife asked for a Gursikh. अगर असी गुरसिख दी डिमांड करांगे, and that applies to both men and women, from a guru, we request a guru to give us one, then we should be willing to receive it as well. ਹੁਣ ਗੁਰੂ ਤੁਹਾਨੂੰ ਗੁਰਸਿੱਖ ਦੇ ਦਿੰਦਾ, ਫਿਰ ਤੁਹਾਨੂੰ ਪ੍ਰੋਬਲਮ ਹੁੰਦੀ ਹੈ, ਤੁਸੀਂ ਬਹੁਤ ਜ਼ਿਆਦਾ ਗੁਰਸਿੱਖ ਹੈ, ਫਿਰ ਡੈਫੀਨੇਸ਼ਨ ਗੁਰਸਿੱਖ ਦੀ ਅਸੀਂ ਚੇਂਜ ਕਰਨਾ ਚਾਹੁੰਦੇ ਹਾਂ. But in a marriage, how do you become one? When you put the other person as a priority in your life. When you, ਜਦੋਂ ਤੁਹਾਡਾ ਜੀਵਨ ਸਾਥੀ ਤੁਹਾਡਾ ਸਭ ਕੁਝ ਬੰਦਾ ਹੈ, ਉਹਦੀ ਖੁਸ਼ੀ, ਉਹਦਾ ਪਿਆਰ, ਉਹਦੀ ਮੁਸਕਰਾਹਟ, ਉਹਦੀ growth. Why is it that women have to sacrifice all her jobs and future opportunities in their life for a guy? Why can't it be both ways? So when we start, both sides start focusing on boy and girl, start focusing on each their beloved's betterment. ਜਦੋਂ ਆਪਣੀ ਸੋਚ ਆਪਣੇ ਬਾਰੇ ਘੱਟ, ਆਪਣੀ ਗਰੀਡ, ਆਪਣੀ ਗਰੋਥ ਬਾਰੇ ਘੱਟ, ਦੂਜੇ ਦੇ ਜ਼ਿਆਦਾ ਧਿਆਨ ਦੇਵਾਂਗੇ, ਤੇ ਹੌਲੀ ਹੌਲੀ ਕਰਕੇ ਤੂੰ ਕਰਤਾ ਤੂੰ ਹੁਆ, ਮੈਂ ਉਹੀ ਹੋ ਜਾਵਾਂਗਾ, ਮੈਂ ਉਹਦੇ ਨਾਲ ਮਿਲ ਜਾਵਾਂਗਾ ਜਿਹਨੂੰ ਮੈਂ ਪਿਆਰ ਕਰਨਾ, ਬੇਸ਼ੱਕ ਉਹ ਵਾਹਿਗੁਰੂ ਹੈ, ਬੇਸ਼ੱਕ ਮੇਰਾ ਜੀਵਨ ਸਾਥੀ ਹੈ. That's what makes sense to me. ਇੱਕ ਬੱਚੀ ਦਾ ਪ੍ਰਸ਼ਨ ਹੈ ਵੀਰ ਜੀ,
जी ਉਹ ਪੁੱਛਦੀ ਹੈ ਕਿ ਸਰ ਮੇਰੀ ਮੈਰਿਜ ਥੋੜੇ ਮੰਥਸ ਤੱਕ ਹੋਣ ਲੱਗੀ ਹੈ, ਜੀ ਕੀ ਕੋਈ ਟਿਪਸ ਦੱਸੋ ਕਿਵੇਂ ਮੈਂ ਆਪਣੀ ਨਿਊਲੀ ਮੈਰਿਡ ਲਾਈਫ ਵਿੱਚ ਇੱਕ ਗੁਰਮਤ ਦੀ ਸੇਧ ਲੈਂਦੇ ਹੋਏ ਚੰਗਾ ਜੀਵਨ ਜੀ ਸਕਦੀ ਹਾਂ। कॉन्ग्रेचुलेशंस, जिन्हें ब्याह हो रहा है, बहुत खुशी है। I think it's high time before you get married, have a heart to heart discussion with the person you're going to get married to. Understand each other's journey. Build, keep Guru in your life as a central pivot. Not on the side, Gurudwara Matha Tekte nahi jana, sirf Guru is the central piece. And when we make Guru our central piece, then Guru protects us from all the ills. And it's not a statement, it's a truth. ਤੁਸੀਂ ਆਪਣੀ ਜ਼ਿੰਦਗੀ ਐਕਸਪੀਰੀਅੰਸ ਕਰੋਗੇ ਕਿ ਜਦੋਂ ਤੁਸੀਂ ਗੁਰੂ ਦਾ ਬਾਂਹ ਫੜਦੇ ਹੋ ਤਾਂ ਹਰ ਮੁਸ਼ਕਿਲ ਵਿੱਚੋਂ ਆਪ ਕੱਢ ਕੇ ਤੁਹਾਡਾ ਸਾਥ ਬਣਾ ਕੇ ਚੱਲਦਾ। ਐਂਡ ਸੋ ਦੈਟਸ ਵਨ I would suggest, अगर ਤੁਸੀਂ आपस दोनों मिल के एक सहज पाठ करो, I think that'll be beautiful. You'll have something to build on. Don't waste a lot of money on all these dumb functions. Have one beautiful function, and if you have some time, learn to do a Shabad. And at your wedding, both of you do a Shabad together. I think that'll be a great start to a wedding. ਇਸ ਤੋਂ ਵਧੀਆ ਬਖਸ਼ਿਸ਼ ਕੀ ਹੋਏਗੀ। ਐਂਡ ਜੋ ਤੁਸੀਂ ਪੈਸੇ ਦਾ ਜੋ ਬਜਟ ਬਣਾ ਕੇ ਸੋਚ ਰਹੇ ਹੋ ਚਲ ਖਰਚਾ ਕਰਨਾ ਹੈ, ਉਹਨੂੰ ਸੇਵ ਕਰ ਲਓ, ਤੁਹਾਡੇ ਫਿਊਚਰ 'ਚ ਕੰਮ ਆਏਗਾ। ਮੇਕ ਦੈਟ ਐਜ਼ ਅ ਇਨਵੈਸਟਮੈਂਟ ਫॉर ਅ ਫਿਊਚਰ ਐਂਡ ਬਿਲਡ ਔਨ ਇਟ। ਦੈਟ ਵੁੱਡ ਬੀ ਮਾਈ ਹੰਬਲ ਸੁਜੈਸ਼ਨ। ਧੰਨਵਾਦ ਵੀਰ ਜੀ। ਇੱਕ ਪ੍ਰਸ਼ਨ ਆ ਰਿਹਾ, ਉਹ ਕਹਿੰਦੀ ਹੈ ਜਿਹੜੀ ਆਪ ਜੀ ਨੇ 7 ਸਾਲ ਵਾਲੀ ਗੱਲ ਕਹੀ ਹੈ ਉਹ ਮੇਰੇ ਤੇ ਬੜੀ ਟੁਕਦੀ ਹੈ। ਕਹਿੰਦੀ ਹੈ ਜਦੋਂ ਮੈਂ 14 ਸਾਲ ਤੋਂ 21 ਸਾਲ ਦਾ ਜੀਵਨ ਆਪਣਾ ਜੀਵਿਆ, ਉਹ ਬੜਾ ਮੇਰਾ ਇੱਕ ਟੈਨਸ਼ਨ ਫਰੀ ਜੀਵਨ ਸੀ, ਜਿਹਦੇ ਚ ਮੈਂ ਬੜੀ ਚੰਗੀ ਜ਼ਿੰਦਗੀ ਗੁਜ਼ਾਰ ਰਹੀ ਸੀ, ਮੈਂ ਬੜੀ ਪੋਜ਼ਿਟਿਵ ਸੀ। ਕਹਿੰਦੀ ਪਰ ਜਿੱਦਾਂ ਜਿੱਦਾਂ ਮੈਂ 21 ਸਾਲ ਆਪਣੀ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਮੈਂ ਆਪਣੇ ਵਰਕ ਵਿੱਚ ਆਈ, ਮੈਂ ਕੰਮ ਕਰਨਾ ਸ਼ੁਰੂ ਕੀਤਾ ਤੇ ਮੇਰੀ ਵਿਆਹ ਦੀ ਉਮਰ ਹੋਣੀ ਸ਼ੁਰੂ ਹੋਈ ਜਦੋਂ ਮੇਰੇ ਮਾਪਿਓ ਨੇ ਮੈਨੂੰ ਵਿਆਹ ਵਾਸਤੇ ਕਹਿਣਾ ਸ਼ੁਰੂ ਕੀਤਾ। ਉਹ ਕਹਿੰਦੀ ਮੈਂ ਇਸ ਤੋਂ ਬਾਅਦ ਇੱਕਦਮ ਬੜੀ ਨੈਗੇਟਿਵ ਹੋ ਗਈ ਆ, ਮਤਲਬ ਮੇਰੀ ਅੰਦਰਲੀਆਂ ਜਿਹੜੀਆਂ ਫੀਲਿੰਗਸ ਨੇ ਉਹ ਮੈਨੂੰ ਲੱਗਦਾ ਕਿ ਮੈਂ ਵਿਆਹ ਵਾਸਤੇ ਤਿਆਰ ਨਹੀਂ ਆ, ਹਾਲੇ ਮੈਂ ਮੈਚੁਰ ਨਹੀਂ ਆ ਤੇ ਮੇਰੇ ਮਾਪਿਓ ਕਹਿੰਦੇ ਨੇ ਕਿ ਤੇਰਾ ਹੁਣ ਵਿਆਹ ਕਰ ਦੇਣਾ ਹੈਗਾ। ਤੇ ਤੁਸੀਂ ਕੀ ਕਹਿਣਾ ਚਾਹੋਗੇ? ਪਹਿਲੀ ਗੱਲ, ਟੂ ਮਾਈ ਬਿਟੀਆ, ਯੂ ਆਰ ਨਾਟ ਅਲੋਨ। ਫਰੋਮ 14 to 21 years old ਅਸੀਂ ਸਾਰੇ ਆਪਣੇ ਆਪ ਨੂੰ ਰੱਬ ਸਮਝਦੇ ਹਾਂ, ਕਿਉਂਕਿ ਸਾਨੂੰ ਕੋਈ ਫਿਕਰ ਫਾਕਰ ਨਹੀਂ ਹੁੰਦਾ। ਤਾਂ ਟੀਨਸ ਆਰ ਸੱਚ ਕ੍ਰੇਜ਼ੀ ਈਅਰਸ ਦੈਟ ਅਸੀਂ ਸੋਚ ਕੌਨਫੀਡੈਂਸ ਲੈਵਲ ਇਜ਼ ਥਰੂ ਦ ਰੂਫਸ। ਐਂਡ ਸਾਨੂੰ ਲੱਗਦਾ ਸਾਡੇ ਤੋਂ ਰੱਬ ਵੀ ਸਾਡੇ ਹੱਥ 'ਚ ਹੈ, ਸਾਰਾ ਕੁਝ ਸਾਡੇ ਕਬਜ਼ੇ 'ਚ ਹੈ। ਐਂਡ ਦੈਨ ਦ ਰਿਐਲਿਟੀ ਆਫ ਲਾਈਫ ਹਿਟਸ ਅਸ when we go out in the work world, and suddenly that ਜੋ ਸਾਡਾ ਬਣਿਆ ਹੁੰਦਾ ਇੱਕ ਬਬਲ ਉਹ ਬਸਟ ਹੋ ਜਾਂਦਾ। ਉਹ ਵੀ ਸਾਡੀ ਗਰੋਥ ਲਈ ਹੁੰਦਾ, ਕਿਉਂਕਿ now we have to grow. That's the next phase of growth for us. And so enjoy this phase too. The first thing we can do in our lives is start looking at ourselves. ਆਪਣੀ ਕਮਜ਼ੋਰੀ, ਆਪਣੀ ਸਟਰੈਂਥ, ਆਪਣੇ ਆਪ ਨੂੰ ਸਮਝੀਏ। ਜਦੋਂ ਅਸੀਂ ਆਪਣੇ ਅੰਦਰ ਨਜ਼ਰ ਮਾਰਨੀ ਸ਼ੁਰੂ ਕਰਾਂਗੇ, ਪਹਿਲਾਂ ਸ਼ਾਇਦ ਘਬਰਾ ਜਾਈਏ ਆਪਣੀ ਕਮਜ਼ੋਰੀਆਂ ਦੇਖ ਕੇ, ਪਰ ਸਾਡੀਆਂ ਜਦੋਂ ਸਾਨੂੰ ਆਪਣੀ ਕਲੈਰਿਟੀ ਆਫ ਥਾਟ ਆ ਜਾਏਗਾ ਕਿ ਮੇਰੇ ਕੀ ਕਮਜ਼ੋਰੀ ਹੈ ਤੇ ਮੇਰੀ ਕੀ ਸਟਰੈਂਥ ਹੈ, that will make me a better person. So that's a good starting point. As far as not getting married, hey, I don't think you should get married if you don't think you're ready. I have a
beautiful daughter who's listening in, and she is a physician, or going to be. She's a resident, and they, yeah, she's not married. She's, you know, in the late 20s, and I'm absolutely okay with it. It's her life, it's her choice. Whenever she's ready, she can get married. अपने पर गुरु ਨੂੰ ਫੜ ਕੇ ਰੱਖੋ, ਜੋ ਵੀ ਕਰੋ ਗੁਰੂ ਨੂੰ ਹੱਥ ਨਾ ਛੱਡੋ ਬਸ। ਰੋਜ਼ ਗੁਰੂ ਨੂੰ ਇਹੀ ਅਰਦਾਸ ਕਰੋ, ਗੁਰੂ ਜੋ ਜੀਵਨ ਸਾਥੀ ਦੇ ਜਦੋਂ ਦੇ ਇਹੋ ਜਿਹਾ ਦੇਈਂ ਜੋ ਤੈਨੂੰ ਬਹੁਤ ਪਿਆਰ ਕਰੇ। ਹਾਂਜੀ ਵੀਰ ਜੀ। ਬਹੁਤ ਧੰਨਵਾਦ ਵੀਰ ਜੀ। ਇੱਕ ਪ੍ਰਸ਼ਨ ਆ ਰਿਹਾ ਬੱਚੀ ਦਾ, ਉਹ ਕਹਿ ਰਹੀ ਹੈ ਕਿ ਮੇਰੇ ਵਿਆਹ ਨੂੰ ਕੁਝ ਸਮਾਂ ਹੋ ਗਿਆ ਹੈ, ਪਰ ਇੱਥੇ ਸਹੁਰੇ ਘਰ ਵਿੱਚ ਮੈਨੂੰ ਇਦਾਂ ਲੱਗਦਾ ਹੈ ਕਿ ਜਿਵੇਂ ਮੇਰੀ ਕੋਈ ਇੰਪੋਰਟੈਂਸ ਨਹੀਂ ਹੈ, ਮੇਰੀ ਕੋਈ ਸੁਣ ਨਹੀਂ ਰਿਹਾ, ਮੇਰੀ ਰਾਏ ਦੀ ਕੋਈ ਤਵੱਜੋ ਨਹੀਂ ਦੇ ਰਿਹਾ। ਮਤਲਬ ਜਿਹੜਾ ਮੇਰਾ ਓਪੀਨੀਅਨ ਹੈ ਉਹਦੀ ਕੋਈ ਇੰਪੋਰਟੈਂਸ ਨਹੀਂ ਹੈ, ਤੇ ਹਾਊ ਸ਼ੁਡ ਆਈ ਮੈਨੇਜ ਇਟ? Situations like these are tricky to answer because, you know, unless you know the whole story of both sides, you cannot commit and make a comment on one side based story, right? Unfortunately. But my most humble suggestion will be reach out. ਜਿੰਨਾ ਤੁਸੀਂ reach out ਕਰ ਸਕਦੇ ਹੋ ਕਰੋ, and remember, you have to carve your own place in your new. The reason somebody is not giving you the space is they're not comfortable with you. एक कंपनी कदों ग्रोथ होती है ਤੁਹਾਡੀ, जो ਤੁਹਾਡਾ ਮੈਨੇਜਰ ਤੁਹਾਡੇ ਤੇ ਵਿਸ਼ਵਾਸ ਕਰਦਾ ਹੈ, ਤੁਹਾਨੂੰ ਹੋਰ ਗਰੋਥ ਦਿੰਦਾ ਹੈ, ਨੈਕਸਟ ਫੇਜ਼ ਦਿੰਦਾ ਹੈ, ਮੋਰ ਰਿਸਪੌਂਸਿਬਿਲਿਟੀ ਦਿੰਦਾ ਹੈ। You can check and see what can be done differently. But again, this is a very generic suggestion. It's not relevant to a particular, because I don't know the whole story, and I can't. I feel very incompetent to comment on one-sided stories. ਬਹੁਤ ਧੰਨਵਾਦ ਵੀਰ ਜੀ। ਇੱਕ ਪ੍ਰਸ਼ਨ ਸਾਡੇ ਸਾਹਮਣੇ ਹੋਰ ਆ ਰਿਹਾ ਹੈ ਕਿ ਜਿੱਦਾਂ ਕਈ ਲੋਕੀ ਕਹਿੰਦੇ ਨੇ ਕਿ ਜੀ ਜਿਹੜੇ ਕੁੜੀ ਮੁੰਡੇ ਦਾ ਰਿਸ਼ਤਾ ਹੈ ਇਹ ਤਾਂ ਸਵਰਗ ਵਿੱਚ ਬਣਾਇਆ ਜਾਂਦਾ ਹੋਵੇ, ਤੇ ਗੁਰਮਤ ਇਹਦੇ ਬਾਰੇ ਕੀ ਕਹਿੰਦੀ ਹੈ? ਇਹ ਤੇ ਮੈਂ ਖਿਆਲ ਬ੍ਰਿਜਪਾਲ ਵੀਰ ਜੀ ਨੂੰ ਪੁੱਛ ਲੈਂਦੇ ਆ, ਉਹਨਾਂ ਨੂੰ ਕਾਲ ਕਰਕੇ ਉਹਨਾਂ ਨੂੰ ਬੁਲਾਉਂਦੇ ਆ ਵਿੱਚ। ਤੇ I think every relationship is predestined. There's no doubt about it. Gurbani ਵੀ ਇਹੀ ਕਹਿੰਦੀ ਹੈ। Not only weddings, not only marriages, anyone ਜੋ ਆਪਾਂ ਇੱਥੇ ਮਿਲਦੇ ਪਏ ਆ ਸਾਰੇ, ਇਹ ਵੀ predestined ਹੈ। Without ਉਹਦੇ ਹੁਕਮ, without ਉਹਦੀ ਬਖਸ਼ਿਸ਼, without any possible. So ਇਹ ਜੋ ਹੋ ਰਿਹਾ ਹੈ ਸਭ ਉਹਦੇ ਹੁਕਮ ਵਿੱਚ ਹੋ ਰਿਹਾ ਹੈ, and I agree with that. And so yeah, absolutely everything is predestined and it happens in His grace. ਧੰਨਵਾਦ ਵੀਰ ਜੀ। ਇਹ ਇੱਕ ਪ੍ਰਸ਼ਨ ਨਹੀਂ ਹੈ, ਇੱਕ ਐਡਵਾਈਸ ਆਈ ਹੈ ਹੁਣੇ ਕਿ ਜਿਵੇਂ ਅਸੀਂ ਦੇਖਨੇ ਆ ਕਿ ਸਿੱਖੀ ਦੇ ਅੰਦਰ ਜਿਹੜੀ ਮਰਿਆਦਾ ਹੈ ਉਹ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਤੇ ਲਾਵਾਂ ਫੇਰੇ ਦੀ ਹੈ, ਪਰ ਇਹ ਜਿਹੜਾ ਐਡਵਾਈਸ ਹੈ ਇਹ ਕਹਿੰਦੇ ਨੇ ਕਿ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਅੱਜਕੱਲ ਸਮਾਜ ਦੇ ਅੰਦਰ ਸਿੱਖਾਂ ਦੇ ਅੰਦਰ ਵੀ ਡਿਵੋਰਸ ਦੇ ਕੇਸਿਸ ਪਹਿਲੇ ਨਾਲੋਂ ਹੁਣ ਵਧੇ ਨੇ, ਕਿ ਸਾਨੂੰ ਯੂਥ ਵਾਸਤੇ ਕੁਝ ਇਸ ਤਰ੍ਹਾਂ ਦੇ ਸੈਸ਼ਨ ਰੱਖਣੇ ਚਾਹੀਦੇ ਨੇ ਬਿਫੋਰ ਮੈਰਿਜ, ਕੋਈ ਕਾਉਂਸਲਿੰਗ ਹੋਵੇ ਜਾਂ ਕੁਝ ਅਸੀਂ ਸਾਨੂੰ ਉਪਰਾਲਾ ਇਸ ਤਰ੍ਹਾਂ ਦਾ ਕਰਨਾ ਚਾਹੀਦਾ ਹੈ ਕਿ ਅਸੀਂ ਬੱਚਿਆਂ ਨੂੰ ਵਿਆਹ ਤੋਂ ਪਹਿਲੇ ਹੀ ਕੁਝ ਵਿਆਹ ਬਾਰੇ ਦੱਸੀਏ ਜਾਂ ਕੁਝ? ਆਪ ਜੀ ਇਸ ਬਾਰੇ ਕੀ ਕਹਿਣਾ ਚਾਹੋਗੇ? I think it's always good to talk about things. ਜਿੰਨਾ ਜ਼ਿਆਦਾ ਆਪਾਂ ਦਿਲ ਖੋਲ ਕੇ ਗੱਲ ਕਰ ਸਕੀਏ ਕਿਸੇ ਸਿਚੁਏਸ਼ਨ ਬਾਰੇ ਉਨਾ ਚੰਗਾ। ਅੱਜ ਕੱਲ੍ਹ ਇੰਡੀਆ 'ਚ ਕਾਫੀ counseling and psychologists and marriage counselors and all these, there's a lot of help. If there's a need, I think one should take it. However, ਅਗਰ ਅਸੀਂ ਆਪਣੀ ਜੋ ਸਿਲੈਕਸ਼ਨ ਕਰਦੇ ਪਏ ਹਾਂ, I think the most important thing is the discussion between the families. ਅੱਜ ਸਾਡੀ ਫੈਮਲੀਜ਼ ਵਿੱਚ ਡਿਸਕਸ਼ਨ ਹੁੰਦੀ ਹੈ ਲੈਣ ਦੇਣ ਤੇ,
ਕੀ ਦੇਣਾ ਹੈ, ਕੀ ਕਰਨਾ ਹੈ, ਕੀ ਸਗਨ ਪਾਣਾ ਹੈ, ਕਿ ਕਿਹਨੂੰ ਬੁਲਾਣਾ ਹੈ। These are discussions. This reminds me of almost like ਸਾਡਾ ਅੱਜ ਕੱਲ੍ਹ ਦਾ ਜੋ ਸਿੱਖੀ ਦਾ ਚੱਲਦਾ ਪਿਆ ਪ੍ਰਚਾਰ, ਕਿੱਥੇ ਜੋੜ ਲੱਗਦਾ ਪਿਆ ਸਾਡਾ, ਸਾਰਾ ਸੋਨਾ ਲਗਾਓ ਗੁਰਦੁਆਰਿਆਂ ਤੇ I mean, I can give you many examples. I don't want to sound negative, but that's, we are more worried about people wearing socks in a gurdwara, and we are fighting those. And shorts ਦੀ ਕਿੰਨੀ ਲੈਂਥ ਹੋਣੀ ਚਾਹੀਦੀ ਹੈ, ਸ਼ੋਰਟਸ ਅਲਾਉਡ ਨਹੀਂ ਹੈ, ਇਹਦੇ ਉੱਤੇ ਅਸੀਂ ਜ਼ਿਆਦਾ ਐਮਫਸਿਸ ਕਰਦੇ ਪਏ ਹਾਂ। ਪੱਗ ਤੇ ਇੰਨੀ ਵੱਡੀ ਚੀਜ਼ ਬਣ ਗਈ ਹੈ ਸਾਡੀ ਕੌਮ, ਪੱਗ ਦੇ ਬਿਨਾਂ ਕੁਝ ਹੈ ਹੀ ਨਹੀਂ। ਕੋਈ ਨਹੀਂ ਪੁੱਛਦਾ ਪੱਗ ਦੇ ਹੇਠਾਂ ਕੀ ਹੈ, ਦਾੜਾ ਠੀਕ ਹੈ ਕਿ ਨਹੀਂ ਠੀਕ, ਗੁਰਬਾਣੀ ਕਦੀ ਆਪਣਾ ਨਿਤਨੇਮ ਕੀਤਾ ਹੈ? If we do a census, let's find out how many people are doing the nitnem. Where are we asking those questions? We are not. Similarly, when it comes to marriage, our focus has shifted to wrong things. ਅਗਰ ਸਾਡਾ ਫੋਕਸ ਸਾਡਾ ਇੱਕ ਦੂਜੇ ਨੂੰ ਸਮਝਣ ਵਿੱਚ, ਇੱਕ ਦੂਜੇ ਨਾਲ ਇੱਕ ਬੈਟਰ ਅੰਡਰਸਟੈਂਡਿੰਗ ਕ੍ਰੀਏਟ ਕਰਨ 'ਚ ਹੋਏ, ਇੱਕ ਦੂਜੇ ਪਰਿਵਾਰ ਨੂੰ ਇਹ ਸਮਝ ਆਏ ਕਿ we are gaining something. I'm gaining a daughter, I'm gaining a son. We are one family. ਦੋ ਫੈਮਲੀਆਂ ਨਹੀਂ ਰਹੀਆਂ, ਇੱਕ ਹੋ ਗਈ। ਤੇ ਕਿਸੇ ਨੂੰ ਕਾਉਂਸਲਿੰਗ ਦੀ ਲੋੜ ਨਹੀਂ ਪਏਗੀ, ਉਹ ਪਿਆਰ ਹੋਰ ਗੂੜਾ ਹੋ ਜਾਏਗਾ। ਪਰ ਅਸੀਂ ਸਾਰੇ ਹਾਂ ਲਾਲਚੀ, unfortunately, and greedy, and all we want is ਕਿ I mean, sometimes think about it. ਅਸੀਂ ਕਈ ਵਾਰ ਆਪਣੇ ਬੱਚਿਆਂ ਨਾਲ ਵਿਆਹ ਕਿਉਂ ਕਰਦੇ ਹਾਂ? ਨਿਕੰਮਾ ਹੈ, ਸ਼ਾਇਦ ਸੁਧਰ ਜਾਏਗਾ ਵਿਆਹ ਦੇ ਬਾਅਦ। Imagine that. We are getting somebody married because we find he is useless. Because our counseling, our bringing our kid up was so bad ਕਿ ਅਸੀਂ ਉਹਨੂੰ ਨਹੀਂ ਸੰਭਾਲ ਸਕਦੇ, ਸ਼ਾਇਦ ਵਿਆਹ ਕਰਨ ਦੇ ਬਾਅਦ ਸਮਝ ਆਏਗਾ। What kind of thinking is that? I think it's important that both families sit together and discuss the real things. Bacha and bachi spend quality time knowing each other. Bachi and bacha spend quality time with each other's parents. And एक प्यार दा रिश्ता गंढिया जाए instead of all the other stuff. And I think that will be a real secret to a happy marriage. ਧੰਨਵਾਦ ਵੀਰ ਜੀ। ਇੱਕ ਕੁਐਸਚਨ ਆ ਰਿਹਾ, ਮੈਂ ਵੀ ਇਹਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਵਾਂ। ਤੇ ਇੱਕ ਬੱਚੀ ਹੈ ਜਿਹਦੀ ਅੰਗੇਜਮੈਂਟ ਹੋ ਚੁੱਕੀ ਹੈ ਜੀ। ਲੇਕਿਨ ਉਹ ਕਹਿੰਦੀ ਕਿ ਮੇਰਾ ਜਿਹੜਾ ਹੋਣ ਵਾਲਾ ਹਸਬੈਂਡ ਹੈ ਉਹ ਸਹਿਜ ਪਾਠ ਨਹੀਂ ਕਰਦਾ, ਤੇ ਮੈਂ ਕੋਸ਼ਿਸ਼ ਕਰ ਰਹੀ ਹਾਂ ਬੜਾ ਕਿ ਉਹ ਕਰੇ, ਤੇ ਉਹ ਕਹਿੰਦਾ ਕਿ ਵਿਆਹ ਤੋਂ ਬਾਅਦ ਕਰ ਲਾਂਗੇ, ਸਾਡੇ ਕੋਲ ਹਲੇ ਵਿਆਹ ਵਾਸਤੇ ਥੋੜਾ ਟਾਈਮ ਹੈਗਾ ਹਲੇ, ਤੇ ਮੈਨੂੰ ਕਿਸ ਤਰ੍ਹਾਂ ਡੀਲ ਕਰਨਾ ਚਾਹੀਦਾ ਹੈ ਇਹਨੂੰ? See, if you heard me speak earlier, I can assure you don't go into your wedding thinking कि विआह दे बाद करेगा. Don't do that, because you will never be able to change anybody. ਅਸੀਂ ਨਹੀਂ ਬਦਲਦੇ, ਬਾਕੀ ਨੂੰ ਕੀ ਬਦਲਣਾ? ਸੋਚੋ, ਆਪਣੀ ਹਰਕਤਾਂ ਦੇਖੀਏ ਅਸੀਂ ਜ਼ਿੰਦਗੀ ਵਿੱਚ। ਝੂਠ ਅਸੀਂ ਨਹੀਂ ਛੱਡਦੇ, ਬੁੱਢੇ ਹੋ ਗਏ ਇੱਕ ਦੂਜੇ ਬਦਖੋਈ ਕਰਨੀ ਨਹੀਂ ਛੱਡਦੇ, ਇੱਕ ਦੂਜੇ ਦੇ ਪਿੱਠ ਤੇ ਉਹਨੂੰ ਛੁਰਾ ਖੋਪਦੇ ਨਹੀਂ ਛੱਡਦੇ, ਤੇ ਦੂਜੇ ਨੂੰ ਕਿਵੇਂ ਐਕਸਪੈਕਟ ਕਰਦੇ ਹਾਂ ਚੇਂਜ ਕਰੇਗਾ? Go into a wedding knowing very well that this is what I'm getting, and be happy with it. Don't try changing, and appreciate for who they are. That's why you're getting married. But if you go into a marriage saying ji main badal laangi ya badal deanga, you're going a wrong way. That marriage is going to be in some rough waters. That's my 2 cents from what we have seen over the years and felt. People change. People do change. जो वो concept ਨੂੰ adopt ਕਰ ਲੈਂਦੇ ਨੇ ਕਿ ਮੈਂ ਇਹ ਮੇਰੇ ਲਈ ਇੰਪੋਰਟੈਂਟ ਹੈ, ਮੇਰਾ ਘਰ ਵਾਲਾ, ਮੇਰੀ ਵੋਟੀ ਮੇਰੇ ਲਈ ਇੰਪੋਰਟੈਂਟ ਹੈ, ਜੋ ਇਹਨੂੰ ਖੁਸ਼ੀ ਦਿੰਦੀ ਹੈ ਮੈਂ ਕਰਾਂ ਜਾਂ ਕਰਾਂ, ਤੇ ਉੱਥੇ ਗੱਲ ਕੰਮ ਕਰ ਜਾਂਦੀ ਹੈ। And that's what the real secret of marriage is to begin with. However, majority of us take our time to get to that stage. We are those sharp-edged stones when we get married कि एक दूसरे ਨੂੰ रगड़ते हैं, एक दूसरे ਨੂੰ टच भी करते हैं तो स्क्रैच करते हैं।
ਪਰ ਹੌਲੀ ਹੌਲੀ ਉਹ ਸਕ੍ਰੈਚਸ ਟਰਨ ਇਨਟੂ ਰਾਉਂਡ ਸਟੋਨਸ। ਜਿਸ ਤਰ੍ਹਾਂ ਪਾਣੀ ਪੱਥਰ ਆਉਂਦਾ ਉਤੋਂ ਨਦੀ ਵਿੱਚ, ਉਵੇਂ ਹੀ ਦੋ ਜੀ ਨੇ, ਉਹ ਰਗੜੇ ਖਾ ਕੇ ਉਹ ਗੋਲ ਹੋ ਜਾਂਦੇ ਨੇ। ਪਰ ਵੀ ਹੈਵ ਟੂ ਬੀ ਪੇਸ਼ੈਂਟ ਇਨਫ ਵਿਦ ਈਚ ਅਦਰ ਟੂ ਗੈਟ ਟੂ दैट ਸਟੇਜ। But don't go into a wedding expecting to change people. That will be a wrong expectation, and that will be disappointing for you. ਇੱਕ ਪ੍ਰਸ਼ਨ ਆ ਰਿਹਾ ਹੈ ਕਿ ਜਿਹੜੀ ਵੈਡਿੰਗ ਐਨੀਵਰਸਰੀ ਹੁੰਦੀ ਹੈ ਜੀ, ਉਹ ਸਿੱਖਾਂ ਨੂੰ ਕਿਸ ਤਰ੍ਹਾਂ ਸੈਲੀਬ੍ਰੇਟ ਕਰਨੀ ਚਾਹੀਦੀ ਹੈ? ਖੁਸ਼ੀ ਨਾਲ, ਸ਼ੁਕਰਾਨੇ, ਵਾਈ ਨਾਟ, ਰਾਈਟ? ਇਸ ਤੋਂ ਪਿਆਰੇ ਕੀ ਚੀਜ਼ ਹੋਏਗੀ ਕਿ ਜਿਹਨੂੰ ਤੁਸੀਂ ਆਪਣੇ ਜੀਵਨ ਦੇ ਸਾਥੀ ਬਣਾਇਆ। ਪਰ ਹਾਂ, ਦੈਟਸ ਵਾਟਸ ਡਿਫਰੈਂਟ। ਵਾਟ ਸ਼ੁਡਨਟ ਹੈਪਨ ਇਜ਼ ਤੁਸੀਂ ਸਾਰਾ ਸਾਲ ਇੱਕ ਦੂਜੇ ਨਾਲ ਲੜਦੇ ਭਿੜਦੇ ਰਹੇ, ਅਤੇ ਉਹਦੇ ਬਾਅਦ ਐਨੀਵਰਸਰੀ ਵਾਲੇ ਟਾਈਮ 'ਤੇ ਸ਼ਾਇਦ ਗਿਫਟ ਮਿਲਣਗੇ, ਕੁਛ ਹੋਣਗੇ, ਅਤੇ ਸਡਨਲੀ ਸਾਡਾ ਹੋਲ ਡਿਮੀਨਰ ਚੇਂਜਿਸ, ਐਂਡ ਫॉर that 24-48 hours we are all okay. Our approach has to be consistent in our life. We have to work towards our growth. Anniversaries or birthdays are good measuring sticks of where I stand. For example, I think people who should celebrate birthdays are those people who are spiritually growing in their lives. If I'm not growing spiritually in my life, then I shouldn't be celebrating my birthday. If anything, I should be feeling sad कि मेरा टाइम है दुनिया थोड़ा रह गया है, एंड मैं जो जिस पर्पस ਲਈ आया सी वो मैं खराब कर रहा। Same thing with wedding. If you are struggling with your wedding, you should find ways to make it better instead of, just finding occasions to have a celebratory moment or two. That's what I think. ਧੰਨਵਾਦ ਵੀਰ ਜੀ। ਇੱਕ ਪ੍ਰਸ਼ਨ ਆ ਰਿਹਾ ਹੈ ਕਿ ਆਨੰਦ ਕਾਰਜ ਵੇਲੇ ਜਿਹੜੀਆਂ 4 ਲਾਵਾਂ ਅਸੀਂ ਪੜ੍ਹਨੇ ਆ ਗੁਰੂ ਗ੍ਰੰਥ ਸਾਹਿਬ ਵਿੱਚੋਂ, ਉਹਨਾਂ 4 ਲਾਵਾਂ ਦੇ ਜਿਹੜਾ ਵਿਆਖਿਆ ਜਾਂ ਉਹਦਾ ਜਿਹੜਾ ਭਾਵ ਅਰਥ ਹੈ, ਜਿਸ ਵਿੱਚ ਜਿਹੜੀ ਜੀਵ ਤੀਸਰੀ ਹੈ ਜਿਹਨੇ ਵਰ ਨੂੰ ਮਿਲਣਾ, ਉਹਦੀ ਸੇਧ ਲੈਂਦੇ ਹੋਏ ਤੁਸੀਂ ਥੋੜੀ ਜੀ ਲਾਵਾਂ ਦੀ ਵਿਆਖਿਆ ਕਰਨਾ ਚਾਹੋਗੇ? ਪ੍ਰਸ਼ਨ ਉਹ ਤੁਸੀਂ ਆਲਰੇਡੀ ਕਰ ਚੁੱਕੇ ਹੋ। I think you've done a good job with it, and people can always read on it, so we can move on. ਇੱਥੇ ਸਾਡੇ ਪ੍ਰਸ਼ਨਾਂ ਦੀ ਸਮਾਪਤੀ ਹੈ। ਹੁਣ ਅੱਗੇ ਤੇ ਕੋਈ ਪ੍ਰਸ਼ਨ ਨਹੀਂ ਆਇਆ ਹਾਲੇ ਤੱਕ ਮੇਰੇ ਕੋਲੋਂ। Thank you so much, I appreciate. ਹਰਪ੍ਰੀਤ ਵੀਰ ਜੀ ਨੂੰ ਕਹਾਂਗਾ ਕਿ ਉਹ ਸਕਰੀਨ ਤੇ ਪੋਸਟਰ ਸ਼ੇਅਰ ਕਰ ਦੇਣ ਜਿਹੜੇ ਵੱਲੋਂ ਆਉਣ ਵਾਲੇ ਜਿਹੜੇ ਪ੍ਰੋਗਰਾਮ ਨੇ, ਕੱਲ ਵਾਲਾ ਔਰ ਆਉਣ ਵਾਲੇ ਹਫ਼ਤਿਆਂ ਦਾ ਵੀ ਪ੍ਰੋਗਰਾਮ ਸ਼ੇਅਰ ਕਰਨ। ਤੇ ਤਦ ਤੱਕ ਮੈਂ ਇਹੀ ਕਹਾਂਗਾ ਕਿ ਜਿਹੜੀ ਬਾਣੀ ਦੀ ਪੰਕਤੀ ਹੈ, ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖਿਲੰਦਿਆਂ ਪਿਨੰਦਿਆਂ ਖਵੰਦਿਆਂ ਵਿੱਚੋਂ ਹੋਵੇ ਮੁਕਤ। ਇਹੀ ਮਨੁੱਖਾ ਜੀਵਨ ਹੈ ਜਿਹਦੇ ਵਿੱਚ ਦੁੱਖ ਸੁੱਖ ਦੇ ਵਿੱਚੋਂ ਨਿਕਲਦੇ ਹੋਏ, ਜਰਨੀ ਨੂੰ ਪੂਰੇ ਕਰਦੇ ਹੋਏ ਅਸੀਂ ਤੁਰਦੇ ਜਾਣਾ, ਔਰ ਸਾਡਾ ਭਈ ਪ੍ਰਾਪਤ ਮਾਨੂ ਦੇ ਹਰਿਆ ਵਾਲਾ ਜਿਹੜਾ ਕਨਸੈਪਟ ਹੈ ਰੱਬ ਨੂੰ ਮਿਲਣ ਦਾ, ਉਹਦੇ ਵੱਲ ਹੀ ਅਸੀਂ ਵੱਧਦੇ ਜਾਣਾ। ਹਰਪ੍ਰੀਤ ਵੀਰ ਜੀ, ਤੁਹਾਨੂੰ ਬੇਨਤੀ ਹੈ ਕਿ ਜੇ ਤੁਸੀਂ ਉਹ ਵਾਲਾ ਸ਼ੇਅਰ ਕਰ ਸਕੋ ਤਾਂ। ਸਾਰੀ ਸੰਗਤ ਨੂੰ ਬੇਨਤੀ ਹੈ ਕਿ ਜਿਹੜੇ ਜ਼ੂਮ ਤੇ ਜਾਂ ਫੇਸਬੁੱਕ ਤੇ ਜੁੜੇ ਨੇ, ਜਾਂ ਜਿਨ੍ਹਾਂ ਕੋਲੋਂ ਜ਼ੂਮ ਨਹੀਂ ਹੈ, ਉਹ ਫੇਸਬੁੱਕ ਤੋਂ ਸਾਡਾ ਪ੍ਰੋਗਰਾਮ ਦੇਖ ਸਕਦੇ ਨੇ, ਤੇ YouTube ਤੇ ਵੀ ਇਹ ਪ੍ਰੋਗਰਾਮ ਆ ਜਾਏਗਾ, ਤੇ ਰੀਪ ਵਟ ਯੂ ਸੋ ਹੈਗਾ ਵੇ। ਤੇ ਆਉਣ ਵਾਲੇ ਦਿਨਾਂ ਵਿੱਚ ਸਾਡੇ ਨਾਲ ਡਾਕਟਰ ਸੁਖਪ੍ਰੀਤ ਸਿੰਘ ਜੀ ਉਦੋਕੇ 5 ਜੁਲਾਈ ਨੂੰ, ਤੇ ਕੱਲ ਸਾਡੇ ਨਾਲ ਬੀਬੀ ਮਨਦੀਪ ਕੌਰ ਜੀ ਹੋਣਗੇ, ਮੌਲਾਨਾ ਉਸਮਾਨ ਲੁਧਿਆਣਵੀ ਸਾਹਿਬ, IPS ਰੁਪਿੰਦਰ ਸਿੰਘ ਜੀ,
ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ, ਇਹ ਸਾਰੇ ਆਉਣ ਵਾਲੇ ਸਾਡੇ ਸਮੇਂ ਦੇ ਗੈਸਟ ਵੀ ਨੇ ਤੇ ਜੋ ਕਿ ਦਰਸ਼ਕਾਂ ਨਾਲ ਸਾਂਝ ਪਾਉਣਗੇ। ਮੈਂ ਇੱਥੇ ਆਏ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਵਾ। ਸਾਡੇ ਵੀਰ ਕਵਿਰਾਜ ਸਿੰਘ ਵੀਰ ਜੀ ਜਿਨ੍ਹਾਂ ਨੇ USA ਤੋਂ ਜੁੜ ਕੇ ਸਾਨੂੰ ਅੱਜ ਦਾ ਸਮਾਂ ਬਖਸ਼ਿਆ ਤੇ ਆਪਣੇ ਵਡਮੁੱਲੇ ਵਿਚਾਰ ਉਹਨਾਂ ਦੀ ਸਾਂਝ ਸੰਗਤਾਂ ਨਾਲ ਪਾਈ। ਔਰ ਕਾਫੀ ਟਾਈਮ ਹੋ ਗਿਆ ਸੀ ਇਹਨਾਂ ਨੂੰ ਸੁਣੇ ਹੋਏ, ਬਹੁਤ ਪਹਿਲੇ ਸੁਣਿਆ ਸੀ, ਪਰ ਉਸ ਤੋਂ ਬਾਅਦ ਵੀ ਇਹ ਦਿਲ ਕਿਤੇ ਕਿਤੇ ਕਰਦਾ ਸੀ ਬਈ ਕਦੀ ਇਹਨਾਂ ਨੂੰ ਸੁਣਨ ਦਾ ਮੌਕਾ ਮਿਲੇ। ਤੇ ਜਿੰਨਾ ਮਿੱਠਾ ਤੇ ਪਿਆਰਾ ਹੈ ਬੋਲਦੇ ਨੇ, ਉਹ ਸਿੱਧਾ ਹਿਰਦੇ ਤੇ ਅਸਰ ਕਰਦਾ। ਤੇ ਜੋ ਇਹਨਾਂ ਨੇ ਗੁਰਮਤਿ ਵਿਚਾਰਾਂ ਕੀਤੀਆਂ, ਗੁਰੂ ਸਾਹਿਬ ਕਿਰਪਾ ਕਰਨ ਤੇ ਅਸੀਂ ਉਹਨਾਂ ਦੇ ਉੱਤੇ ਚੱਲ ਸਕੀਏ, ਗੁਰਮਤਿ ਦੀ ਰੋਸ਼ਨੀ ਵਿੱਚ ਚੱਲ ਕੇ ਅਸੀਂ ਆਪਣਾ ਜੀਵਨ ਬਤੀਤ ਕਰੀਏ ਤੇ ਜਿਹੜਾ ਸਾਡਾ ਜੀਵਨ ਦਾ ਮੰਤਵ ਹੈ ਉਹਨੂੰ ਪ੍ਰਾਪਤ ਕਰੀਏ। ਇੰਨੀਆਂ ਬੇਨਤੀਆਂ ਨਾਲ ਆਪ ਸਭ ਜੀ ਦਾ ਇੱਕ ਵਾਰ ਫਿਰ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ।